श्री हर कृष्ण ध्याईऐ, जिस डिठे सब दुख जाए। जपो जी तेग बहादुर सिमरिऐ, कर नाम निद आवे ताय। सब थाई होए सहाय, सब थाई होए सहाय। परम सत्कारयोग अष्टम बलबीरा बाला प्रीतम रहमतां दे खुशियां दे मालक सतगुरु धन धन साहिब श्री गुरु हरकृष्ण साहिब जी महाराज, सच्चे पातशाह श्री हजूर जी के पावन दर गुरुद्वारा श्री बंगला साहिब विखे हजूरे आलम गुरता गद्दी नशीन चश्माए आबे हयात फजलो करम दे मालक, गरीब निवाज भगत वछल दीना बंधु पतत पावन करुणा निधान धन धन साहिब श्री गुरु ग्रंथ साहिब जी महाराज। सच्चे पातशाह जी की पावन चरण हाजर हजूरी दे अंदर जुड़ मिल करके सजे सतगुरां दे दीदारे कर रहे गुरु प्यारे गुरु सवारे सरबत्तर माई भाई सतसंगी जनों, इस दर घर की मर्यादा के अनुसार समय अनुसार समा होया है गुर शब्द विचार लड़ीवार कथा दा। निता प्रति ही सतगुरां के अमृत बाणी दे कीर्तन उपरांत सतगुरु धन गुरु ग्रंथ साहिब महाराज जी की अमृत बाणी दे विचों चल रहे मुबारक पावन शब्द दी कथा विचार आप जी गुणी जन विद्वान सत महापुरख गुरु प्यारियां पासों सरवण करते आ रहे हो। साहिब जी ने त्रुट करके इस पावन शब्द नूं विचारन दा सुभाग बख्शिश कीता है और रल मिल करके हजूर पातशाह जी दे चरनां दी हाज़री लवाइए। साहिब सतगुरु धन गुरु हरकृष्ण साहिब महाराज सच्चे पातशाह जी दे दर दी हाज़री भरदियां गुरु ग्रंथ साहिब महाराज जी दे मुबारक शब्द दी कथा विचार दे नाल सांझ पाइए। हजूर पातशाह प्रतख हाज़र नाज़र धन गुरु ग्रंथ साहिब महाराज किरपा करन रहम करन। सतगुरु अपनी अमृत बाणी दी कथा विचार आप ही करवा लैन। आप संगत असीस दिओ, असीस बख्शदियां और अपनी हाज़री निरंकार हजूर पातशाह जी दे चरनां विखे लवाउंदियां दोए कर जोड़ फतेह बुलाओ। आखो जी वाहिगुरु जी का खालसा वाहिगुरु जी की फतेह। शब्द आप जी ने गुरु प्यार वाले गुरमुखां पासों सरवण कीता है। तीसरे गुरुदेव बापू धन गुरु अमरदास साहिब महाराज सच्चे पातशाह जी की मुबारक रसना ते उचरित ये शब्द है जिस दे अंदर हजूर पातशाह जी कृपा करते हुए रहम करते हुए सिख नूं एक जीवन जाच दे रहे हैं।
ਖੈਰੇ ਬੇਨਤੀ ਕਰ ਲਈਏ ਕਿ ਸਤਿਗੁਰਾਂ ਦੀ ਸਾਰੀ ਅੰਮ੍ਰਿਤ ਬਾਣੀ ਇੱਕ ਜੀਵਨ ਜਾਚ ਹੈ। ਮਨੁੱਖ ਨੂੰ ਇਹ ਦੱਸਦੀ ਹੈ, ਜਿਉਣਾ ਦੱਸਦੀ ਹੈ ਕਿ ਇਸ ਸੰਸਾਰ ਦੇ ਅੰਦਰ ਤੇਰੇ ਆਉਣ ਦਾ ਮਨੋਰਥ ਕੀ ਹੈ, ਪ੍ਰਯੋਜਨ ਕੀ ਹੈ। ਤੇ ਜੇਕਰ ਤੂੰ ਇਸ ਗੱਲ ਨੂੰ ਸਮਝ ਕੇ, ਇਸ ਪ੍ਰਯੋਜਨ ਨੂੰ ਸਮਝ ਕੇ ਆਪਣੀ ਜ਼ਿੰਦਗੀ ਨੂੰ ਜਿਉਣਾ ਹੈ, ਯਾਦ ਰੱਖੀ ਤੇਰੀ ਜ਼ਿੰਦਗੀ ਦੇ ਵਿੱਚ ਜਿਹੜੇ ਦੁੱਖ ਨੇ, ਚਿੰਤਾਵਾਂ ਨੇ, ਕਲੇਸ਼ ਨੇ, ਉਹ ਆਪੇ ਮੁੱਕ ਜਾਣੇ। ਹਰੇਕ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚੋਂ, ਜਿਵੇਂ ਘਰ ਬਣਿਆ ਹੋਵੇ ਸੋਹਣਾ, ਉਹਦੇ ਵਿੱਚ ਕੂੜਾ ਹੋਵੇ, ਕਰਕਟ ਹੋਵੇ, ਧੂੜ ਮਿੱਟੀ ਹੋਵੇ ਤੇ ਕਿਸੇ ਨੂੰ ਚੰਗਾ ਨਹੀਂ ਲੱਗਦਾ। ਹੁਣ ਉਹ ਕੀਮਤੀ ਘਰ ਦੀ ਜਿਹੜੀ ਸ਼ੋਭਾ ਹੈ, ਉਹਦਾ ਸੁਹੱਪਣ ਹੈ, ਉਹ ਧੂੜ ਮਿੱਟੀ ਖਰਾਬ ਕਰ ਦਿੰਦੀ ਹੈ, ਕੂੜਾ ਕਰਕਟ ਖਰਾਬ ਕਰ ਦਿੰਦੀ ਹੈ। ਹੈ ਤੇ ਬੜਾ ਸੋਹਣਾ ਘਰ, ਹੈ ਤੇ ਬੜਾ ਕੀਮਤੀ, ਤਿਆਰ ਬਹੁਤ ਵਧੀਆ ਕੀਤਾ ਹੈ, ਮਹਿੰਗਾ ਹੈ, ਪਰ ਧੂੜ ਮਿੱਟੀ ਨੇ ਉਸ ਨੂੰ ਮਿੱਟੀ ਦੇ ਵਿੱਚ ਹੀ ਰਲਾ ਦਿੱਤਾ। ਪਰ ਜੇ ਹੁਣ ਕੋਈ ਕਹੇ ਇਹ ਤੇ ਘਰ ਹੀ ਵਧੀਆ ਨਹੀਂ, ਆਪਾਂ ਹੋਰ ਘਰ ਵਿੱਚ ਰਹਿਣਾ ਹੈ, ਤੇ ਇਹ ਉਸ ਦੀ ਗੁਸਤਾਖੀ ਹੈ, ਇਹ ਉਸ ਦੀ ਗਲਤੀ ਹੈ। ਘਰ ਵਧੀਆ ਹੈ ਪਰ ਥੋੜੇ ਜਿਹੇ ਐਫਰਟਸ ਕਰਨੇ ਪੈਣੇ ਨੇ। ਜੇ ਤੂੰ ਇਸੇ ਘਰ ਨੂੰ ਸਾਫ਼ ਕਰ ਲਏ, ਇਸ ਘਰ ਨੂੰ ਫਿਰ ਤੂੰ ਖੰਡਰ ਨਹੀਂ, ਤੂੰ ਮਹਿਲ ਕਹਿਣ ਲੱਗ ਪਏਗਾ, ਕਿਉਂਕਿ ਸਾਫ਼ ਹੋ ਗਿਆ। ਹੁਣ ਆਹ ਸਰੀਰ ਹੈ, ਇਹ ਸਾਡਾ ਇੱਕ ਸਰੀਰ ਇੱਕ ਮਹਿਲ ਦੀ ਨਿਆਈ, ਘਰ ਦੀ ਨਿਆਈ ਹੈ। ਮਹਾਰਾਜ ਨੇ ਆਖਿਆ ਨਾ, ਇਸ ਨੂੰ ਘਰ ਦਾ ਦਰਜਾ ਦਿੱਤਾ। ਮਹਾਰਾਜ ਕਹਿੰਦੇ ਸਭ ਕੁਛ ਘਰ ਮੈਂ ਬਾਹਰ ਨਹੀਂ। ਪਰ ਹੁਣ ਇਹ ਸਰੀਰ ਦੇ ਉੱਪਰ ਧੂੜ ਜੰਮੀ ਪਈ ਹੈ, ਕਲੇਸ਼ਾਂ ਦੀ, ਚਿੰਤਾਵਾਂ ਦੀ ਮੈਲ ਜੰਮੀ ਪਈ ਹੈ, ਸਾਡੀ ਸੋਚ ਮੈਲੀ ਹੋ ਗਈ। ਮਹਾਰਾਜ ਤੇ ਇੱਥੋਂ ਤੱਕ ਕਹਿੰਦੇ ਨੇ, ਹੁਣ ਘਰ ਦੇ ਵਿੱਚ ਜਿੰਨਾ ਅਸੀਂ ਉਹਨੂੰ ਮੋਪਿੰਗ ਨਹੀਂ ਕਰਾਂਗੇ, ਸਾਫ਼ ਨਹੀਂ ਕਰਾਂਗੇ, ਝਾੜੂ ਪੋਚਾ ਨਹੀਂ ਕਰਾਂਗੇ, ਇਟ ਮੀਨਸ ਜਿੰਨਾ ਅਸੀਂ ਟਾਈਮ ਪੀਰੀਅਡ ਲੰਘਾਉਂਦੇ ਜਾਵਾਂਗੇ ਉਨਾ ਜ਼ਿਆਦਾ ਘਰ ਮੈਲਾ ਹੁੰਦਾ ਜਾਏਗਾ। ਮਹਾਰਾਜ ਕਹਿਣ ਲੱਗੇ, ਸੁਣ ਭਲਿਆ ਲੋਕਾ, ਆ ਮਨੁੱਖਾ ਜਿਹੜਾ ਜੀਵਨ ਤੈਨੂੰ ਮਿਲਿਆ, ਇਸ ਜੀਵਨ ਨੂੰ ਤੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸ਼ਾਓ ਖਨਲੀ ਤੋਤੀ ਉਜਲੀ ਨਾ ਹੋਵਈ, ਜੇ ਸੋ ਤੋਵਣ ਪਾਹੋ। ਕਹਿਣ ਲੱਗੇ ਨੂੰ ਤੇ ਮੈਲ ਹੀ ਜਨਮਾਂ ਜਨਮਾਂ ਦੀ ਲੱਗੀ ਪਈ ਹੈ। ਹੁਣ ਵੱਡੀ ਗੱਲ ਕੀ ਹੈ ਕਿ ਤੂੰ ਇਹਨੂੰ ਸਾਫ਼ ਕਰਨ ਦੀ ਬਜਾਏ ਆਪਣੀ ਜ਼ਿੰਦਗੀ ਨੂੰ ਨਫ਼ਰਤ ਕਰਨ ਲੱਗ ਪਿਆ, ਵੀ ਮੇਰੀ ਤੇ ਜ਼ਿੰਦਗੀ ਵਧੀਆ ਨਹੀਂ, ਮੇਰੀ ਜ਼ਿੰਦਗੀ 'ਚ ਤੇ ਦੁੱਖ ਬੜੇ ਨੇ, ਕਲੇਸ਼ ਬੜੇ ਨੇ, ਚਿੰਤਾਵਾਂ ਨੇ, ਮੇਰੀ ਜ਼ਿੰਦਗੀ ਵਿੱਚ ਰੋਗ ਨੇ। ਸਾਨੂੰ ਆਪਣੇ ਆਪ ਦੇ ਨਾਲ ਨਫ਼ਰਤ ਹੋ ਗਈ। ਅਸੀਂ ਦੂਜੇ ਦੀ ਜ਼ਿੰਦਗੀ ਨੂੰ ਦੇਖ ਕੇ ਜਿਉਣਾ ਸ਼ੁਰੂ ਕਰ ਦਿੱਤਾ। ਉਹਦੀ ਜ਼ਿੰਦਗੀ ਵਧੀਆ, ਉਹਦਾ ਸਟੇਟਸ ਵਧੀਆ, ਤੇ ਫਿਰ ਹੁੰਦਾ ਕੀ ਹੈ, ਹੁਣ ਘਰ ਤੇ ਨਹੀਂ ਨਾ ਸਾਫ਼ ਕੀਤਾ, ਜੋ ਕਰਨਾ ਸੀ ਉਹ ਨਹੀਂ ਕੀਤਾ, ਉਹ ਨਹੀਂ ਕਰ ਰਹੇ, ਉਲਟਾ ਅਸੀਂ ਹੋਰ ਕੰਮ ਕਰਨ ਲੱਗ ਪਏ। ਘਰ ਮੈਲੇ ਦਾ ਮੈਲਾ ਹੁੰਦਾ ਜਾ ਰਿਹਾ, ਤੇ ਫਿਰ ਸਾਡਾ ਜਿਹੜਾ ਘਰ ਹੈ ਇਹਨੂੰ ਖੰਡਰੀ ਕਹਿਣਾ। ਸੱਜਣ ਠੱਗ ਦੀ ਉਦਾਹਰਨ ਹੈ। ਸੱਜਣ ਠੱਗ ਦਾ ਸਰੀਰ ਤੇ ਉਹੋ ਹੀ ਹੈ ਜਿਹੋ ਜਿਹਾ ਸਾਡੇ ਕੋਲੇ ਹੈ, ਪਰ ਵਿਚਾਰਾਂ ਦੀ ਮੈਲ ਹੋਣ ਕਰਕੇ, ਮਨ ਦੀ ਮਲੀਨਤਾ ਹੋਣ ਕਰਕੇ ਉਹਨੂੰ ਲੋਕੀ ਸੱਜਣ ਨਹੀਂ ਕਹਿੰਦੇ, ਉਹਨੂੰ ਸੱਜਣ ਠੱਗ ਕਹਿੰਦੇ ਨੇ। ਪਰ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਅੱਖਾਂ ਚੱਖਾਂ ਪਾ ਕੇ ਸੱਜਣ ਨੂੰ ਇਹੋ ਗੱਲ ਸਮਝਾਈ ਸੀ, ਉਹ ਸੱਜਣਾ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਸਨ। ਕਿਉਂ ਆਪਣੇ ਇਸ ਮਨੁੱਖਾ ਜੀਵਨ ਦੇ ਇਸ ਮਹਿਲ ਨੂੰ, ਘਰ ਨੂੰ ਖਰਾਬ ਪਿਆ ਕਰਦਾ? ਸਾਫ਼ ਕਰ, ਆਪਣੀ ਮਾੜੀ ਮੈਲ ਨੂੰ ਬਾਹਰ ਕੱਢ ਦੇ। ਸੱਜਣ ਦਾ ਸਰੀਰ ਨਹੀਂ ਬਦਲਿਆ, ਸੱਜਣ ਦੀਆਂ ਅੱਖਾਂ ਨਹੀਂ ਬਦਲੀਆਂ, ਚਿਹਰਾ ਨਹੀਂ ਬਦਲਿਆ, ਕੰਨ ਨਹੀਂ ਬਦਲੇ। ਸੱਜਣ ਦਾ ਮਹਾਰਾਜ ਜੀ ਨੇ ਸੋਚ ਬਦਲੀ, ਤੇ ਉਸੇ ਸੱਜਣ ਨੂੰ ਲੋਕੀ ਭਾਈ ਸੱਜਣ ਕਹਿਣ ਲੱਗ ਪਏ, ਸੰਤ ਸੱਜਣ ਕਹਿਣ ਲੱਗ ਪਏ। ਕਿਉਂ? ਕਿਉਂਕਿ ਸਾਫ਼ ਹੋ ਗਿਆ। ਉਦੋਂ ਜਦੋਂ ਅੰਦਰੋਂ ਮੈਲ ਸਾਫ਼ ਹੋ ਗਈ ਤੇ ਹੁਣ ਉਹ ਸੋਹਣਾ ਦਿਖਣ ਲੱਗ ਪਿਆ। ਬੜੀਆਂ ਉਦਾਹਰਨਾਂ ਨੇ ਸਾਡੇ ਕੋਲੇ। ਭੂਮੀਆਂ ਚੋਰ ਹੈ ਨਾ, ਮਹਾਰਾਜ ਜੀ ਨੇ ਉਹਦਾ ਸਰੀਰ ਨਹੀਂ ਬਦਲਿਆ ਸੀ, ਉਹਦੀ ਸੋਚ ਬਦਲ ਦਿੱਤੀ, ਉਹਦਾ ਅੰਦਰ ਬਦਲ ਦਿੱਤਾ ਮਹਾਰਾਜ ਜੀ ਨੇ। ਤੇ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਜਦੋਂ ਤੱਕ ਤੇਰੇ ਮਨ ਦੇ ਉੱਪਰ ਇਹ ਮੈਲ ਦਾ ਘਰ ਹੈ, ਯਾਦ ਰੱਖੀ ਤੈਨੂੰ ਉਸ ਨਿਰੰਕਾਰ ਦਾ, ਪਰਮੇਸ਼ਰ ਦਾ, ਰੱਬ ਦਾ ਨਾਮ ਚੰਗਾ ਨਹੀਂ ਲੱਗਣ ਵਾਲਾ। ਜਿਵੇਂ ਮੈਲੇ ਘਰ ਵਿੱਚ ਟਿਊਬ ਲੱਗੀ ਹੋਵੇ, ਲਾਈਟ ਲੱਗੀ ਹੋਵੇ, ਆਪਾਂ ਉਹਨੂੰ ਆਨ ਕਰਦੇ ਹਾਂ ਤੇ ਉਹਦਾ ਚਾਨਣ ਉਨਾ ਨਹੀਂ ਹੁੰਦਾ ਜਿੰਨਾ ਉਹ ਕਰ ਸਕਦੀ ਹੈ। ਪਰ ਜਦੋਂ ਉਹਨੂੰ ਸਾਫ਼ ਕਰ ਦਿੱਤਾ ਜਾਂਦਾ
ਤੇ ਕੰਧਾਂ ਸਾਫ਼ ਹੋ ਜਾਂਦੀਆਂ ਨੇ। ਜਿਹੜਾ ਸਾਰਾ ਕੁਝ ਜਦੋਂ ਸਾਫ਼ ਹੋ ਗਿਆ ਤੇ ਇੱਕੋ ਉਹ ਲਾਈਟ ਉਹੀ ਹੀ ਰਹਿੰਦੀ ਹੈ, ਪਰ ਚਾਨਣ ਜ਼ਿਆਦਾ ਵੱਧ ਜਾਂਦਾ ਹੈ। ਕਿਉਂ? ਕਿਉਂਕਿ ਸਾਫ਼ ਸਫਾਈ ਦੇ ਨਾਲ ਕੰਧਾਂ ਨੇ ਵੀ ਆਪਣੀ ਰੋਸ਼ਨੀ ਇੱਕ ਦੂਜੇ ਨਾਲ ਟਕਰਾ ਕੇ ਹੋਰ ਚਾਨਣ ਪੈਦਾ ਕਰਨਾ ਸ਼ੁਰੂ ਕਰ ਦਿੱਤਾ। ਹੁਣ ਮਨ ਤੇ ਸਰੀਰ ਤੇ ਇਹੋ ਰਹਿਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਗੁਰਮੁਖ ਕਿਰਪਾ ਕਰੇ ਭਗਤ ਕੀਜੈ, ਬਿਨ ਗੁਰ ਭਗਤ ਨਾ ਹੋਈ। ਇਹ ਤੇਰਾ ਮਨ ਸਾਫ਼ ਹੋਣਾ, ਗੁਰੂ ਦੀ ਚਰਨ ਹਜ਼ੂਰੀ ਦੇ ਅੰਦਰ ਜੁੜ ਕੇ, ਗੁਰੂ ਪਰਮੇਸ਼ਰ ਜੀ ਦੇ ਨਾਮ ਦੇ ਵਿੱਚ ਜੁੜ ਕੇ। ਪਰ ਮਹਾਰਾਜ ਜੀ ਕਹਿਣ ਲੱਗੇ, ਹੁਣ ਯਾਦ ਰੱਖੀ, ਗੁਰੂ ਦੀ ਭਗਤੀ, ਗੁਰੂ ਦੀ ਸੇਵਾ, ਗੁਰੂ ਦਾ ਸਿਮਰਨ ਜਿਹੜਾ ਹੈ ਨਾ, ਉਹ ਵੀ ਗੁਰੂ ਦੀ ਰਹਿਮਤ ਤੋਂ ਬਿਨਾਂ ਨਹੀਂ ਹੋ ਸਕਦਾ। ਆਪੇ ਆਪ ਮਿਲਾਏ ਬੁਝੈ ਤਾਂ ਨਿਰਮਲ ਹੋਵੇ ਸੋਈ। ਤੇ ਜਿਨ੍ਹਾਂ ਤੇ ਉਹ ਕਿਰਪਾ ਕਰ ਦਿੰਦਾ, ਜਿਨ੍ਹਾਂ ਤੇ ਉਹ ਰਹਿਮਤ ਕਰ ਦਿੰਦਾ, ਜਿਹੜੇ ਮੰਗ ਕੇ ਗੁਰੂ ਤੋਂ ਨਾਮ ਲੈ ਲੈਂਦੇ ਨੇ, ਫਿਰ ਮਹਾਰਾਜ ਜੀ ਕਹਿੰਦੇ ਉਹ ਨਿਰਮਲ ਹੋ ਜਾਂਦੇ ਨੇ। ਨਿਰਮਲ ਦਾ ਅਰਥ ਮੈਲ ਤੋਂ ਰਹਿਤ, ਸਾਫ਼ ਹੋ ਜਾਂਦੇ ਨੇ, ਸੁਚੱਜੇ ਹੋ ਜਾਂਦੇ ਨੇ। ਕੁਚੱਜਿਆਂ ਤੋਂ ਸਫ਼ਰ ਜਿਹੜਾ ਹੈ ਅਗਾਂਹ ਚਲਾ ਜਾਂਦਾ ਹੈ, ਸੁਚੱਜੀ ਹੋ ਜਾਂਦੀ ਹੈ, ਸੁਚੱਜੀ ਤੋਂ ਸਫ਼ਰ ਅਗਾਂਹ ਚਲਾ ਜਾਂਦਾ ਹੈ, ਗੁਣਵੰਤੀ ਹੋ ਨਿਬੜਦੀ ਹੈ। ਪਰ ਮਹਾਰਾਜ ਜੀ ਕਹਿਣ ਲੱਗੇ, ਇੱਕ ਕਦਮ ਤੈਨੂੰ ਤੁਰਨਾ ਪੈਣਾ ਹੈ। ਗੁਰੂ ਨੂੰ ਤੈਨੂੰ ਕਹਿਣਾ ਪੈਣਾ, ਮਹਾਰਾਜ ਮੈਨੂੰ ਜ਼ਰੂਰਤ ਹੈ ਤੇਰੀ, ਮੈਨੂੰ ਤੇਰੇ ਸਹਾਰੇ ਦੀ ਲੋੜ ਹੈ, ਕਿਰਪਾ ਕਰ, ਝੋਲੀ ਦੇ ਵਿੱਚ ਉਹ ਨਾਮ ਦੀ ਦਾਤ ਪਾ। ਮਹਾਰਾਜ ਜੀ ਦੇ ਗਾੜੀ, ਮਹਾਰਾਜ ਜੀ ਦੇ ਸਨਮੁਖ ਖਲੋ ਕੇ ਦੋਏ ਕਰ ਜੋੜ ਕੇ ਆਖਣਾ ਪੈਣਾ ਹੈ, ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਣ ਪਾਲੀ। ਮਹਾਰਾਜ ਮੈਨੂੰ ਲੋੜ ਹੈ ਤੇਰੇ ਸਹਾਰੇ ਦੀ, ਤੇਰੇ ਪੱਲੇ ਦੀ। ਤੇ ਇਸ ਕਰਕੇ, ਔਰ ਵੱਡੀ ਗੱਲ ਮਹਾਰਾਜ, ਮੈਨੂੰ ਵੀਂਦਾ ਕੁਝ ਨਹੀਂ ਹੈ, ਮੈਂ ਫਿਜ਼ੀਕਲੀ ਬਲਾਈਂਡ ਨਹੀਂ ਹਾਂ। ਮੈਂ ਕੱਲ ਵੀ ਬੇਨਤੀ ਕੀਤੀ, ਦੋ ਤਰ੍ਹਾਂ ਦਾ ਹੀ ਅੰਨਾ ਹੈ, ਇੱਕ ਤੇ ਫਿਜ਼ੀਕਲੀ ਤੇ ਇੱਕ ਅੰਦਰੂਨੀ ਤੌਰ ਤੇ ਅੰਤःਕਰਨ ਦੇ ਉੱਤੇ। ਹੁਣ ਫਿਜ਼ੀਕਲੀ ਬਲਾਈਂਡ ਇਸ ਸੰਸਾਰ ਦੇ ਵਿੱਚ ਘੱਟ ਨੇ, ਪਰ ਅੰਤःਕਰਨ ਦੇ ਤੌਰ ਦੇ ਉੱਪਰ ਇੰਟਰਨਲੀ ਜਿਹੜੇ ਬਲਾਈਂਡ ਨੇ ਉਹ ਟੂ ਮੱਚ ਨੇ, ਬਹੁਤ ਜ਼ਿਆਦਾ ਨੇ ਸੰਸਾਰ ਵਿੱਚ, ਜਿਨ੍ਹਾਂ ਨੂੰ ਪਰਮੇਸ਼ਰ ਵਾਹਿਗੁਰੂ ਨੇੜੇ ਹੁੰਦਿਆਂ ਹੀ ਦਿਦਾਰੇ ਨਹੀਂ ਹੋ ਰਹੇ। ਮਹਾਰਾਜ ਜੀ ਕਹਿਣ ਲੱਗੇ, ਇਹ ਗੁਰੂ ਤੋਂ ਮੰਗ। ਜਦੋਂ ਗੁਰੂ ਤੋਂ ਮੰਗ ਲਿਆ, ਗੁਰੂ ਤੋਂ ਅਸੀਂ ਸੰਸਾਰੀ ਖੁਸ਼ੀਆਂ ਨਹੀਂ, ਸੰਸਾਰੀ ਖੁਸ਼ੀਆਂ ਤਾਂ ਬੜੀ ਨਿੱਕੀ ਜਿਹੀ ਚੀਜ਼ ਹੈ। ਜਿਵੇਂ ਸਤ ਮਹਾਂਪੁਰਖ ਆਖਿਆ ਕਰਦੇ, ਉਹ ਕਹਿਣ ਲੱਗੇ, ਬੰਦਿਆ ਤੂੰ ਤੇ ਰੱਬ ਕੋਲੇ ਜਾਣਾ, ਜਾਂ ਛਾਂ ਮੰਗ ਲੈਣਾ, ਜਾਂ ਫੁੱਲ ਮੰਗ ਲੈਣਾ, ਜਾਂ ਫਲ ਮੰਗ ਲੈਣਾ। ਜੇ ਮੰਗਣਾ ਤੇ ਦਰਖਤ ਹੀ ਮੰਗ ਲਿਆ ਕਰਨਾ। ਉਹ ਕਹਿਣ ਲੱਗੇ, ਸਮਝ ਨਹੀਂ ਆਈ ਸਤਿਪੁਰਖੋ, ਗੱਲ ਜਰਾ ਖੋਲ ਕੇ ਸਮਝਾਓ। ਉਹ ਕਹਿਣ ਲੱਗੇ, ਵੇਖੋ ਜੇ ਤੁਸੀਂ ਛਾਂ ਮੰਗ ਲਈ, ਛਾਂ ਜਿਹੜੀ ਹੈ ਉਹ ਸਾਰਾ ਦਿਨ ਟਿਕੀ ਨਹੀਂ ਰਹਿੰਦੀ ਹੈ। ਜਿਹੜੀ ਟਰੀ ਦੀ, ਦਰਖਤ ਦੀ ਸ਼ੈਡੋ ਹੈ, ਜਿਵੇਂ ਜਿਵੇਂ ਸੂਰਜ ਗਤੀ ਅਨੁਸਾਰ ਘੁੰਮਦਾ ਰਹਿੰਦਾ, ਤਿਵੇਂ ਤਿਵੇਂ ਉਹ ਛਾਂ ਬਦਲਦੀ ਰਹਿੰਦੀ ਹੈ। ਫਲ ਤੇ ਫੁੱਲ ਵੀ ਸਾਰੇ ਇੱਕ ਦਰਖਤ ਨੂੰ ਸਾਰਾ ਸਾਲ ਨਹੀਂ ਲੱਗੇ ਰਹਿੰਦੇ। ਤੇ ਕਹਿਣ ਲੱਗੇ, ਹੁਣ ਕਰੀਏ ਕੀ? ਉਹ ਕਹਿਣ ਲੱਗੇ, ਦਰਖਤ ਹੀ ਮੰਗ ਲਿਆ ਜਾਵੇ ਤੇ ਦਰਖਤ ਦੇ ਉੱਪਰ ਮਲਕੀਅਤ ਧਾਰਨ ਕਰ ਲਈ ਜਾਵੇ। ਫੁੱਲ ਵੀ ਮੇਰੇ, ਫਲ ਵੀ ਮੇਰੇ, ਛਾਂ ਵੀ ਮੇਰੀ, ਪੱਤੇ ਵੀ ਮੇਰੇ, ਇਹ ਸਾਰਾ ਕੁਝ ਹੀ ਮੇਰਾ। ਕਹਿਣ ਲੱਗੇ, ਕਹਿਣ ਦਾ ਭਾਵ ਇਹ ਹੈ, ਗੁਰੂ ਤੋਂ ਦਾਤਾ ਨਾ ਮੰਗ, ਗੁਰੂ ਤੋਂ ਗੁਰੂ ਨੂੰ ਹੀ ਮੰਗ ਲੈ, ਗੁਰੂ ਤੋਂ ਗੁਰੂ ਨੂੰ ਹੀ ਮੰਗ। ਤੇ ਜੇ ਗੁਰੂ ਤੋਂ ਗੁਰੂ ਨੂੰ ਮੰਗ ਲਿਆ ਤੇ ਮਹਾਰਾਜ ਕਹਿੰਦੇ, ਗੁਰੂ ਆਪਣੇ ਆਪ ਨੂੰ ਬੜਾ ਖੁਸ਼ ਹੋ ਕੇ ਕਿਸੇ ਦੀ ਝੋਲੀ ਦੇ ਵਿੱਚ ਪਾ ਦਿੰਦਾ ਔਰ ਕਦਰ ਕਰਦਾ ਮਹਾਰਾਜ ਸੱਚੇ ਪਾਤਸ਼ਾਹ। ਜੇਕਰ ਸੰਸਾਰੀ ਲੋਕਾਂ ਨੂੰ ਆਪਾਂ ਆਪਣੀ ਸਮਰਪਿਤਤਾ ਦਿਖਾਉਂਦੇ ਆ ਨਾ, ਇੱਕ ਇੰਗਲਿਸ਼ ਦਾ ਵਿਦਵਾਨ ਬੜੀ ਪਿਆਰੀ ਗੱਲ ਲਿਖਦਾ ਹੈ। ਉਹ ਕਹਿਣ ਲੱਗਾ ਵੀ ਸੰਸਾਰੀ ਲੋਕਾਂ ਨੂੰ ਤੁਸੀਂ ਆਪਣੀ ਡੈਡੀਕੇਸ਼ਨ ਦਿੱਤੀ, ਕੋਈ ਵੱਡੀ ਗੱਲ ਨਹੀਂ, ਪਰ ਯਾਦ ਰੱਖਿਓ ਸਾਹਮਣੇ ਤੋਂ ਤੁਹਾਨੂੰ ਤੁਹਾਡੀ ਡੈਡੀਕੇਸ਼ਨ ਦੀ ਰਿਸਪੈਕਟ ਮਿਲੇਗੀ, ਇਹ ਤੁਸੀਂ ਚੰਗੇ ਤਰੀਕੇ ਨਾਲ ਨਹੀਂ ਪ੍ਰਾਪਤ ਕਰ ਸਕਦੇ। ਉਹ ਕਹਿਣ ਲੱਗਾ, ਇਟ ਇਜ਼ ਨਾਟ ਡਿਫਿਕਲਟ ਟੂ ਸਰੈਂਡਰ ਟੂ ਸਮਵਨ। ਅਸੀਂ ਕਿਸੇ ਨੂੰ ਆਪਣਾ ਆਪ ਦੇ ਦਿੱਤਾ, ਸੌਖਾ ਹੈ। ਸਾਨੂੰ ਕੋਈ ਚੰਗਾ ਲੱਗਿਆ, ਸਾਨੂੰ ਕਿਸੇ ਦੇ ਵਿਚਾਰ ਚੰਗੇ ਲੱਗੇ, ਸਾਨੂੰ ਕਿਸੇ ਦਾ ਰੂਪ ਰੰਗ ਚੰਗਾ ਲੱਗਿਆ, ਅਸੀਂ ਆਪਣਾ ਆਪ ਡੈਡੀਕੇਟ ਕਰ ਦਿੱਤਾ ਵੀ ਮੈਂ ਤੇਰਾ ਫੈਨ ਹੋ ਗਿਆ। ਕਹਿਣ ਲੱਗੇ, ਇਟ ਇਜ਼ ਨਾਟ ਡਿਫਿਕਲਟ ਟੂ ਸਰੈਂਡਰ ਟੂ ਸਮਵਨ, ਬਟ ਇਟ ਇਜ਼ ਟੂ ਮਚ ਡਿਫਿਕਲਟ ਟੂ ਫਾਈਂਡ ਦੈਟ ਪਰਸਨ ਹੂ ਰਿਸਪੈਕਟ ਯੂਅਰ ਡੈਡੀਕੇਸ਼ਨ। ਪਰ ਉਹ ਮਨੁੱਖ ਲੱਭਣਾ ਬੜਾ ਔਖਾ ਹੈ ਜਿਹੜਾ ਬਦਲੇ ਵਿੱਚ ਤੁਹਾਡੀ ਡੈਡੀਕੇਸ਼ਨ ਦੀ, ਬਦਲੇ ਵਿੱਚ ਤੁਹਾਡੀ ਸਮਰਪਿਤਤਾ ਦੀ ਕਦਰ ਕਰਦਾ ਹੋਵੇ।
ਇਹ ਸੰਸਾਰ ਵਿੱਚ ਮੈਂ ਜੇ ਬੇਨਤੀ ਕਰਾਂ ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਪ ਕਹਿ ਰਹੇ ਨੇ, ਮਹਾਰਾਜ ਕਹਿਣ ਲੱਗੇ ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ। ਮਹਾਰਾਜ ਕਹਿੰਦੇ ਰੱਬ ਨੂੰ ਆਪਣਾ ਆਪ ਸਮਰਪਣ ਕਰ ਦੇ, ਰੱਬ ਤੇਰੇ ਸਾਰੇ ਕਾਰਜ ਹੀ ਸਫਲ ਕਰ ਦੇਗਾ। ਜੇ ਤੂੰ ਦੁਨੀਆ ਨੂੰ ਆਪਣਾ ਆਪ ਸਮਰਪਣ ਕਰਦਾ ਹੈ, ਮਹਾਰਾਜ ਜੀ ਕਹਿਣ ਲੱਗੇ ਸਭ ਕੋ ਮੀਤ ਹਮ ਆਪਣੇ ਕੀਨਾ ਹਮ ਸਭਨਾ ਕੇ ਸਾਜਨ। ਦੁਨੀਆ ਦੇ ਨਾਲ ਇਹ ਮਿੱਤਰਤਾ ਪਿਆਰ ਪਾ ਲਿਆ, ਪਰ ਯਾਦ ਰੱਖੀ ਇਹ ਦੁਨੀਆ ਦੇ ਰਿਸ਼ਤੇ ਅੱਜ ਨੇ ਤੇ ਕੱਲ ਨੇ। ਉਹ ਭਾਵੇਂ ਕੋਈ ਵੀ ਰਿਸ਼ਤਾ ਹੋਵੇ, ਰੱਬ ਕੱਲ ਵੀ ਸੀ, ਮੇਰੇ ਜਨਮ ਤੋਂ ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਉਹ ਬਾਅਦ ਵਿੱਚ ਵੀ ਰਹੇਗਾ। ਇਸ ਕਰਕੇ ਸਤਿਗੁਰੂ ਜੀ ਕਹਿਣ ਲੱਗੇ ਨਾਨਕ ਕੱਚੜਿਆਂ ਸਿਉ ਤੋੜ ਢੂੰਡ ਸੱਜਣ ਸੰਤ ਪੱਕਿਆਂ। ਓਏ ਜੀਵਨ ਦੇ ਵਿਛੜੈ ਓਏ ਮੋਇਆ ਨਾ ਜਾਹੀਂ ਛੋੜ। ਆਪਣੀ ਸਮਰਪਿਤਤਾ ਜੇ ਕਰਨੀ ਹੈ, ਆਪਣੇ ਮਨ ਦੀ ਡੈਡੀਕੇਸ਼ਨ ਜੇ ਕਰਨੀ ਹੈ ਤਾਂ ਗੁਰੂ ਦੇ ਅੱਗੇ ਸਰੈਂਡਰ ਹੋ ਜਾ। ਮਹਾਰਾਜ ਨੂੰ ਕਹਿ ਮਹਾਰਾਜ ਤੇਰੇ ਤੋਂ ਬਿਨਾ ਮੇਰਾ ਕੋਈ ਨਹੀਂ ਹੈ। ਐ ਨਿਰੰਕਾਰ ਮੈਂ ਉਹ ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਇ ਮਾਨੁਕ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ। ਮੈਂ ਕੁਝ ਨਹੀਂ ਕਰਨਾ, ਮੈਂ ਕਰਨਾ ਕੀ ਹੈ, ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਧਿਆਇਆ। ਮੈਂ ਤੇਰੇ ਚਰਨਾਂ ਦੇ ਵਿੱਚ ਆ ਗਿਆ। ਇਹੋ ਗੱਲ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਨ੍ਹਾਂ ਨੂੰ ਇਹ ਗੱਲ ਸਮਝ ਪੈ ਜਾਂਦੀ ਹੈ, ਜਿਨ੍ਹਾਂ ਨੂੰ ਇਸ ਸੱਚੇ ਘਰ ਦੀ ਬਾਣੀ ਦੀ, ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਿਰੰਕਾਰ ਹਜ਼ੂਰ ਪਾਤਸ਼ਾਹ ਦੀ ਸਮਝ ਪੈ ਜਾਂਦੀ ਹੈ, ਹਰ ਜਿਉ ਸਾਚਾ ਸਾਚੀ ਬਾਣੀ ਸ਼ਬਦ ਮਿਲਾਵਾ ਹੋਈ, ਫਿਰ ਉਹਦਾ ਸ਼ਬਦ ਦੇ ਨਾਲ ਮਿਲਾਪ ਹੋ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਦੂਸਰੇ ਗੁਰਦੇਵ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੀ ਸਰਕਾਰ ਜੀ ਦੀ ਧੀ ਹੈ ਬੀਬੀ ਅਮਰੋ। ਮੈਂ ਟੂਕ ਮਾਤਰ ਬੇਨਤੀ ਸਾਂਝੀ ਕਰਾਂ। ਵਿਆਹ ਹੋਇਆ, ਆਪਣੇ ਸਹੁਰੇ ਘਰ ਗਏ ਤੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਧਾਣੀ ਰਿੜਕਦੀ ਬੀਬੀ ਅਮਰੋ ਦੀ ਰਸਨਾ ਤੈ ਜਪਜੀ ਸਾਹਿਬ ਦਾ ਪਾਠ ਸੁਣ ਲਿਆ। ਇਹ ਉਹ ਵੇਲਾ ਸੀ ਜਦੋਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੂੰ ਕਿਸੇ ਨੇ ਆਖਿਆ ਸੀ ਉਹ ਤੂੰ ਨਿਗੁਰਾ ਤੇ ਅੱਜ ਮੈਂ ਪਾਪ ਕਰ ਬੈਠਿਆ, ਤੇਰੇ ਨਿਗੁਰੇ ਦੇ ਹੱਥ ਦਾ ਪਾਣੀ ਪੀ ਲਿਆ, ਸਾਰੀ ਰਾਤ ਨੀਂਦ ਨਾ ਪਈ। ਅੰਮ੍ਰਿਤ ਵੇਲੇ ਇਧਰੋਂ ਬੀਬੀ ਅਮਰੋ ਨੇ ਮਧਾਣੀ ਰਿੜਕੀ, ਉਹ ਦਹੀਂ ਨੂੰ ਜਦੋਂ ਰਿੜਕਦੀ ਹੈ ਤੇ ਨਾਲ ਨਾਲ ਜਪਜੀ ਕਾ ਪਾਠ ਕਰਦੀ ਹੈ ਤੇ ਉਹ ਜਪਜੀ ਸਾਹਿਬ ਦੇ ਬੋਲ ਜਿਉਂ ਬਾਬੇ ਅਮਰੂ ਦੇ ਕੰਨਾਂ ਦੇ ਵਿੱਚ ਪੈਂਦੇ ਨੇ। ਜਿਹੜਾ ਮਨ ਕਲਪਿਆ ਪਿਆ ਸੀ, ਤੜਫਿਆ ਪਿਆ ਸੀ, ਜਿਹੜਾ ਮਨ ਕੁਰਲਾ ਰਿਹਾ ਸੀ, ਉਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਅੰਮ੍ਰਿਤ ਬਾਣੀ ਨੂੰ ਸੁਣ ਕੇ ਸ਼ਾਂਤ ਹੋ ਗਿਆ, ਟਿਕਣਾ ਸ਼ੁਰੂ ਹੋ ਗਿਆ। ਤੇ ਹੁਣ ਜਦੋਂ ਬੰਦੇ ਦਾ ਮਨ ਟਿਕ ਜਾਂਦਾ ਨਾ, ਯਾਦ ਰੱਖਿਓ ਅਸੀਂ ਕਦੇ, ਸਾਡਾ ਮਨ ਖੈਰ ਸੰਸਾਰੀ ਲੋਕਾਂ ਨਾਲ ਲੱਗਦਾ, ਅਸੀਂ ਕਿਸੇ ਨਾਲ ਗੱਲ ਕਰਦੇ ਹੋਈਏ, ਅਸੀਂ ਕਿਸੇ ਨਾਲ ਫੋਨ ਤੇ ਗੱਲ ਕਰਦੇ ਹੋਈਏ, ਕਿਸੇ ਨਾਲ ਬੈਠੇ ਹੋਈਏ, ਜਿਹਦੇ ਨਾਲ ਸਾਡਾ, ਜਿਹਨੂੰ ਅਸੀਂ ਆਪਣਾ ਸਮਝਿਆ ਹੋਵੇ, ਯਾਦ ਰੱਖਿਓ ਉਹਦੇ ਨਾਲ ਇਉਂ ਲੱਗਦਾ 2 4 5 ਘੰਟੇ ਗੱਲ ਕਰਕੇ ਵੀ ਥੋੜਾ ਲੱਗਦਾ ਹੈ। ਇੱਦਾਂ ਹੀ ਬਾਬਾ, ਮੈਂ ਉਦਾਹਰਨ ਦੇ ਤੌਰ ਤੇ ਆਖਿਆ, ਉਧਰੋਂ ਪਾਠ ਤੇ ਸੰਪੂਰਨ ਹੋਣਾ ਹੀ ਹੈ, ਸ਼ਲੋਕ ਪੜ੍ਹਿਆ, ਪਾਠ ਸੰਪੂਰਨ ਹੋਇਆ, ਪਰ ਬਾਬਾ ਅਮਰੂ ਜੀ ਨੂੰ ਇਉਂ ਲੱਗਦਾ, ਗੁਰੂ ਅਮਰਦਾਸ ਸਾਹਿਬ ਮਹਾਰਾਜ ਪਹਿਲਾ ਨਾਮ ਇੱਦਾਂ ਆਖਿਆ ਜਾਂਦਾ ਤੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੂੰ ਇਉਂ ਲੱਗਾ ਵੀ ਅਜੇ ਹੋਰ ਸੁਣਨਾ। ਮਨ ਨੂੰ ਜਿਹੜੀ ਤਸੱਲੀ ਮਿਲੀ ਆ, ਮਨ ਨੂੰ ਜਿਹੜਾ ਟਿਕਾਓ ਮਿਲਿਆ, ਹੋਰ ਟਿਕਾ ਲੈਣਾ। ਤੇ ਇੱਕ ਸਹੁਰਾ ਆਪਣੀ ਨੂੰਹ ਦੇ ਗਾੜੀ, ਆਪਣੀ ਨੂੰਹ ਦੇ ਸਨਮੁਖ ਜਾ ਕੇ ਹੱਥ ਜੋੜ ਕੇ ਕਹਿੰਦਾ, ਧੀਏ ਆ ਜਿਹੜੇ ਸ਼ਬਦ ਪੜ੍ਹੇ ਨੇ ਨਾ, ਇਹਨਾਂ ਸ਼ਬਦਾਂ ਨੇ ਮੈਨੂੰ ਟਿਕਾ ਦੇ ਦਿੱਤਾ। ਅਜੇ ਸ਼ਬਦ ਜ਼ੁਬਾਨ ਦੇ ਵਿੱਚ ਨੇ। ਬੀਬੀ ਅਮਰੋ ਜੀ ਕਹਿਣ ਲੱਗੇ, ਅਸਲ ਦੇ ਵਿੱਚ ਪਿਤਾ ਜੀ ਇਹ ਬੋਲ ਮੇਰੇ ਨਹੀਂ, ਇਹ ਪੀਰਾਨਾ ਪੀਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਬੋਲ ਨੇ। ਬਾਬਾ ਜੀ ਕਹਿਣ ਲੱਗੇ, ਜਿਹਦੇ ਬੋਲ ਇੰਨੇ ਪਿਆਰੇ ਨੇ ਉਹ ਆਪ ਕਿੱਡਾ ਪਿਆਰਾ ਹੋਏਗਾ। ਬੀਬੀ ਜੀ ਨੇ ਦੱਸਿਆ ਵੀ ਹੁਣ ਉਹਨਾਂ ਦੀ ਆਸਣ ਦੇ ਉੱਪਰ, ਸਿੰਘਾਸਣ ਦੇ ਉੱਪਰ ਪਿਤਾ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੁਭਾਏਮਾਨ ਨੇ, ਜਿਨ੍ਹਾਂ ਨੇ ਸੇਵਾ ਕਰਕੇ ਇਸ ਘਰ ਨੂੰ ਪ੍ਰਾਪਤ ਕਰਨਾ ਕੀਤਾ। ਸ਼ਬਦ ਨੇ ਐਸਾ ਮਿਲਾਪ ਕਰਾਇਆ ਜਿਹਨੂੰ ਲੋਕ ਨਿਥਾਵਾ ਕਹਿੰਦੇ ਸੀ, ਤੇਰੇ ਘਰ ਦਾ ਮੈਂ ਤੇਰੇ ਹੱਥਾਂ ਦਾ ਪਾਣੀ ਨਹੀਂ ਪੀਣਾ। ਮਹਾਰਾਜ ਨੇ ਆਪਣੇ ਅੰਦਰ ਦੇ ਵਿੱਚ ਐਸਾ ਟਿਕਾ ਲਿਆ। ਅੱਜ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਬਾਣੀ ਪੜ੍ਹ ਕੇ ਹੀ ਕੜਾਹ ਪ੍ਰਸ਼ਾਦ ਪ੍ਰਵਾਨ ਹੁੰਦਾ ਹੈ। ਇੱਥੇ ਤੱਕ ਮਿਲਾਪ ਹੋ ਜਾਂਦਾ ਹੈ, ਇੱਥੇ ਤੱਕ ਸ਼ਬਦ ਤੁਹਾਨੂੰ ਰੁਤਬਾ ਦੇ ਦਿੰਦਾ ਹੈ। ਪਰ ਹੁਣ ਸਾਡੀ ਵੱਖਰੀ ਗੱਲ, ਮੈਂ ਬੇਨਤੀ ਕਰਾਂ, ਅਸੀਂ ਜਿੰਨੇ ਵੀ ਆ ਵਿੱਚ, ਆਪਾਂ ਸੋਚ ਕੇ ਵੇਖੀਏ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੀ ਸਰਕਾਰ ਜੀ ਦੇ ਦਰ ਦੇ ਉੱਤੇ ਆਏ ਤੇ ਮੰਗਿਆ ਕਿ ਮਹਾਰਾਜ ਪਾਸੋਂ
ਜੇ ਅਸੀਂ ਘਰ ਮੰਗਿਆ, ਕਾਰੋਬਾਰ ਮੰਗਿਆ, ਤਰੱਕੀ ਮੰਗੀ, ਅਸੀਂ ਇਹ ਕੁਝ ਮੰਗਿਆ ਦੁਨਿਆਵੀ ਚੀਜ਼ਾਂ, ਤੇ ਯਾਦ ਰੱਖਿਓ ਮੰਗਣਾ ਨਾ ਮੰਗਣਾ ਫਿਰ ਇੱਕ ਬਰਾਬਰ ਹੋ ਗਿਆ। ਮਹਾਰਾਜ ਨੇ ਤੇ ਕਹਿ ਦਿੱਤਾ, ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ। ਦੁੱਖ ਰੇਸ਼ਮੀ ਕੱਪੜਾ ਵੇਖਣ ਨੂੰ ਸੋਹਣਾ ਲੱਗਦਾ, ਪਰ ਪਾਇਆ ਨਾ ਚੁੱਭਦਾ ਬੜਾ। ਉਹ ਪਾਇਆ ਨਹੀਂ ਜਾਂਦਾ, ਦੇਖਣ ਨੂੰ ਹੀ ਸੋਹਣਾ ਲੱਗਦਾ, ਉਹਦੇ ਤੰਦ ਚੁੱਭਦੇ ਨੇ। ਇਦਾਂ ਕਰਕੇ ਕਹਿਣ ਲੱਗਿਆ, ਆ ਜਿਹੜਾ ਸੰਸਾਰੀ ਕਾਰ ਵਿਹਾਰ ਚਮਕਾਂ ਦਮਕਾਂ ਵੇਖਣ ਨੂੰ ਸੋਹਣੀਆਂ ਲੱਗਦੀਆਂ ਨੇ। ਮਹਾਰਾਜ ਕਹਿਣ ਲੱਗੇ, ਤੈਨੂੰ ਕੀ ਲੱਗਦਾ ਅਮੀਰ ਲੋਕ ਸੁਖੀ ਨੇ? ਇਹ ਤੇਰੀ ਭੁਲੇਖਾ ਹੈ, ਇਹ ਤੇਰੀ ਗਲਤ ਫਹਿਮੀ ਹੈ। ਮਹਾਰਾਜ ਕਹਿਣ ਲੱਗੇ, ਵੱਡੇ ਵੱਡੇ ਜੋ ਦੀਸੈ ਲੋਗ, ਤਿਨ ਕੋ ਵਿਆਪੈ ਚਿੰਤਾ ਰੋਗ। ਕੌਣ ਵੱਡਾ ਮਾਇਆ ਵਡਿਆਈ, ਸੋ ਵੱਡਾ ਜਿਨ ਰਾਮ ਲਿਵ ਲਾਈ। ਮਹਾਰਾਜ ਕਹਿਣ ਲੱਗੇ, ਇਹ ਨਹੀਂ ਵੱਡੇ, ਵੱਡਾ ਤੇ ਉਹ ਹੈ ਜਿਹਨੇ ਆਪਣੇ ਹਿਰਦੇ ਦੇ ਅੰਦਰ ਨਿਰੰਕਾਰ ਨੂੰ ਟਿਕਾਇਆ ਤੇ ਜ਼ਬਾਨੋਂ ਆਖਦਾ ਹੈ ਸਤਨਾਮ ਸ਼੍ਰੀ ਵਾਹਿਗੁਰੂ। ਆ ਸੰਸਾਰੀ ਚੀਜ਼ਾਂ ਨਾ ਮੰਗ, ਰੁਤਬਾ ਹਾਸਲ ਕਰ ਲਏਗਾ, ਕੋਈ ਵੱਡੀ ਗੱਲ ਨਹੀਂ ਹੈ। ਇਫ ਯੂ ਕੈਨ ਗੇਨ ਅ ਸਟੇਟਸ, ਇਹ ਕੋਈ ਵੱਡੀ ਗੱਲ ਨਹੀਂ। ਭਗਤ ਰਵਿਦਾਸ ਸਾਹਿਬ ਜੀ ਬੜੀ ਪਿਆਰੀ ਗੱਲ ਕਹਿਣ ਲੱਗੇ, ਸਮਝਾਉਂਦੇ ਹੋਏ ਕਹਿਣ ਲੱਗੇ, ਸੁਣੋ ਏ ਮਿੱਤਰਾ, ਤੈਨੂੰ ਕੀ ਲੱਗਦਾ ਕੋਠੀ ਵੱਡੀ ਪਾ ਲਈ, ਘਰ-ਬਾਰ ਵੱਡਾ ਕਰ ਲਿਆ, ਕਾਰੋਬਾਰ ਦਾ ਦਾਇਰਾ ਪਸਾਰਾ ਵੱਡਾ ਕਰ ਲਿਆ, ਤੇਰਾ ਗੁਜ਼ਾਰਾ ਚੰਗਾ ਹੋ ਗਿਆ, ਕੀ ਤੂੰ ਜ਼ਿੰਦਗੀ ਨੂੰ ਸਫਲ ਕਰ ਲਿਆ? ਤੇ ਜੇ ਕੋਈ ਆਖੇ ਜੀ ਹੋਰ ਹੁੰਦਾ ਕੀ ਹੈ ਜ਼ਿੰਦਗੀ 'ਚ, ਆਹੀ ਕੁਝ ਤੇ ਕਰਨਾ ਆ, ਤੇ ਭਗਤ ਰਵਿਦਾਸ ਸਾਹਿਬ ਕਹਿਣ ਲੱਗੇ, ਫਿਰ ਮੇਰੇ ਮੁਤਾਬਕ ਤੂੰ ਫੇਲ ਹੈ। ਭਗਤ ਸਾਹਿਬ ਨੇ ਆਖਿਆ, ਉੱਚੇ ਮੰਦਰ ਸੁੰਦਰ ਨਾਰੀ। ਸੁੰਦਰ ਨਾਰੀ ਵਿੱਚ ਸਾਰਾ ਕੁਝ ਆ ਗਿਆ, ਘਰ ਪਰਿਵਾਰ, ਧੀਆਂ ਪੁੱਤਰ, ਕਾਰੋਬਾਰ, ਔਰ ਘਰ ਪਰਿਵਾਰ ਵੀ ਬਹੁਤ ਵਧੀਆ, ਇਸਤਰੀ ਧੀਆਂ ਪੁੱਤਰ ਬਹੁਤ ਚੰਗੇ ਲਾਇਕ, ਆਖਾ ਮੰਨਣ ਵਾਲੇ। ਇੰਨਾ ਕੁਝ ਹੋਣ ਦੇ ਬਾਵਜੂਦ ਭਗਤ ਰਵਿਦਾਸ ਸਾਹਿਬ ਕਹਿਣ ਲੱਗੇ, ਮੇਰੀ ਨਿਗਾਹ ਵਿੱਚ ਤੂੰ ਅਜੇ ਕੁਝ ਵੀ ਨਹੀਂ ਗੇਨ ਕੀਤਾ, ਕੁਝ ਨਹੀਂ ਪ੍ਰਾਪਤ ਕੀਤਾ। ਭਗਤ ਸਾਹਿਬ ਨੂੰ ਆਖਿਆ, ਕਿਉਂ? ਕਹਿਣ ਲੱਗੇ, ਤੇਰੇ ਕੋਲੇ ਇੰਨਾ ਕੁਝ ਤੇ ਹੈ, ਪਰ ਤੇਰੇ ਹਿਰਦੇ ਦੇ ਵਿੱਚ ਰੱਬ ਦਾ ਨਾਮ ਨਹੀਂ ਹੈ। ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਹਾਰ ਗਿਆ ਤੂੰ ਬਾਜੀ ਸੰਸਾਰ ਦੀ, ਹਾਰ ਗਿਆ ਤੂੰ। ਜੇ ਤੂੰ ਜਿੱਤਣਾ ਚਾਹੁੰਦਾ ਹੈ, ਜੇ ਇਸ ਸੰਸਾਰੀ ਬਾਜੀ ਨੂੰ ਜਿੱਤਣਾ ਚਾਹੁੰਦਾ ਹੈ, ਮਹਾਰਾਜ ਕਹਿਣ ਲੱਗੇ, ਜੰਗੇ ਮੈਦਾਨ 'ਚ ਉਹ ਸੂਰਬੀਰ ਜਿੱਤਦਾ ਹੈ ਜਿਹੜਾ ਤੇਗ ਦਾ ਧਨੀ ਹੋਵੇ, ਨੇਜੇ ਦਾ ਧਨੀ ਹੋਵੇ, ਤੀਰ ਕਮਾਨ ਦਾ ਧਨੀ ਹੋਵੇ। ਇਸ ਸੰਸਾਰੀ ਕਾਰ ਵਿਹਾਰ ਦੇ ਅੰਦਰ, ਇਸ ਸੰਸਾਰੀ ਜੰਗੇ ਮੈਦਾਨ ਵਿੱਚ ਉਹ ਜਿੱਤਦਾ ਹੈ। ਮਹਾਰਾਜ ਕਹਿਣ ਲੱਗੇ, ਜਿਹਨੂੰ ਨਾਮ ਦਾ ਰੰਗ ਚੜਿਆ ਹੋਵੇ, ਜਾ ਕੋ ਹਰ ਰੰਗ ਲਾਗੋ, ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ। ਮਹਾਰਾਜ ਕਹਿਣ ਲੱਗੇ, ਉਹ ਸੂਰਮਾ ਹੈ ਸੰਸਾਰ ਦੇ ਅੰਦਰ ਜਿਹਨੂੰ ਨਾਮ ਦਾ ਰੰਗ ਲੱਗਿਆ ਹੋਇਆ। ਬਾਹਰੀ ਤੌਰ ਦੇ ਉੱਪਰ ਤੂੰ ਆਪਣੇ ਐਨੀਮੀਜ਼ ਦੇ ਨਾਲ ਲੜਨਾ ਹੈ, ਤੂੰ ਆਪਣੇ ਦੁਸ਼ਮਣਾਂ ਨਾਲ ਲੜਨਾ ਹੈ, ਬਟ ਇੰਟਰਨਲੀ ਤੌਰ ਦੇ ਉੱਤੇ ਯੂ ਕੈਨ ਫਾਈਟ। ਤੇਰੇ ਅੰਦਰ ਦੇ ਔਗਣਾਂ ਦੇ ਨਾਲ ਲੜਨਾ, ਤੂੰ ਆਪਣੇ ਕਾਮ ਨਾਲ ਲੜਨਾ, ਤੂੰ ਆਪਣੇ ਕ੍ਰੋਧ ਨਾਲ ਲੜਨਾ, ਤੂੰ ਲੋਭ ਨਾਲ ਲੜਨਾ, ਮੋਹ ਨਾਲ ਲੜਨਾ, ਹੰਕਾਰ ਨਾਲ ਲੜਨਾ। ਤੇ ਲੜ ਤਾਂ ਪਾਏਗਾ ਜੇ ਤੂੰ ਆਤਮ ਜੇਤੂ ਸੂਰਮਾ ਹੋਏਗਾ, ਲੜ ਤਾਂ ਪਾਏਗਾ ਜੇ ਤੇਰੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਹੋਏਗਾ, ਸਤਨਾਮ ਸ਼੍ਰੀ ਵਾਹਿਗੁਰੂ। ਫਿਰ ਤਾਂ ਤੂੰ ਲੜ ਸਕਦਾ ਹੈ, ਨਹੀਂ ਤਾਂ ਨਿਹੱਥਿਆਂ ਦੇ ਉੱਪਰ ਤੇ ਪੰਜ ਵਿਕਾਰ ਜਿਹੜੇ ਨੇ ਹਾਵੀ ਹੋ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੇ ਜਿਹੜਾ ਨੇ ਅੰਦਰ ਦੇ ਵਿੱਚ ਨਾਮ ਨੂੰ ਟਿਕਾ ਲਿਆ, ਪਰਮੇਸ਼ਰ ਦੀ ਕਿਰਪਾ ਹੋਣੀ ਹੈ, ਵੈਸੇ ਆਪਣੇ ਤੋਂ ਕੁਝ ਨਹੀਂ ਹੋਣਾ। ਹਰੇਕ ਬੰਦਾ ਚਾਹੁੰਦਾ ਹੈ ਮੈਂ ਸੰਤ ਭਗਤ ਬਣ ਜਾਵਾਂ, ਹਰੇਕ ਬੰਦਾ ਚਾਹੁੰਦਾ ਹੈ ਮੈਂ ਉੱਚ ਪਦਵੀ ਨੂੰ ਪ੍ਰਾਪਤ ਹੋ ਜਾਵਾਂ, ਪਰ ਮਹਾਰਾਜ ਜੀ ਕਹਿਣ ਲੱਗੇ, ਹਰ ਜਿਉ ਸਾਚਾ ਸਾਚੀ ਬਾਣੀ ਸ਼ਬਦ ਮਿਲਾਵਾ ਹੋਈ। ਇਹ ਤੇ ਸ਼ਬਦ ਦੇ ਨਾਲ ਮਿਲਾਪਾ ਹੋਣਾ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੂੰ ਤੇ ਨਾਮ ਹੀ ਨਹੀਂ ਜਪਦਾ। ਹੁਣ ਤੈਨੂੰ ਇੱਕ ਗੱਲ ਮਹਾਰਾਜ ਦੱਸ ਰਹੇ ਨੇ, ਕਹਿਣ ਲੱਗੇ, ਭਾਈ ਰੇ ਭਗਤਹੀਣ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ। ਕਿਉਂ ਆਇਆ ਸੰਸਾਰ ਵਿੱਚ? ਮਹਾਰਾਜ ਸੱਚੇ ਪਾਤਸ਼ਾਹ ਜੈਤਸਰੀ ਰਾਗ ਦੇ ਅੰਦਰ ਕਹਿੰਦੇ ਨੇ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ, ਤਿਨ ਸੁਣੀ ਦੇਹ ਫਿਰੈ ਬਿਨ ਨਾਵੈ, ਓਏ ਖੱਪ ਖੱਪ ਮੂਏ ਕਰਾਂਝਾ। ਹੁਕਮ ਰੂਪ ਆਪ ਜੀ ਨੇ ਸੁਣੇ ਹੋਣੇ ਇਹ ਸ਼ਬਦ। ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਰੇ ਭਗਤਹੀਣ ਕਾਹੇ ਜਗ ਆਇਆ। ਤੇਰਾ ਇਸ ਸੰਸਾਰ ਤੇ ਆਉਣ ਦਾ ਲਾਭ ਹੀ ਕੀ ਹੈ? ਜੇ ਤੂੰ ਜੰਗੇ ਮੈਦਾਨ ਦੇ ਅਸੂਲ ਹੀ ਨਹੀਂ ਜਾਣਦਾ, ਤੇ ਟ੍ਰੇਨਿੰਗ ਹੀ ਨਹੀਂ ਲਈ ਬੰਦੂਕ ਚਲਾਉਣ ਦੀ, ਤੈਨੂੰ ਵੈਪਨ ਚਲਾਉਣਾ ਹੀ ਨਹੀਂ ਆਉਂਦਾ, ਤੈਨੂੰ ਆਪਣੇ
ਸਾਹਮਣੇ ਬੈਠੇ ਦੁਸ਼ਮਣ ਨੂੰ ਧੋਖਾ ਦੇਣਾ ਹੀ ਨਹੀਂ ਆਉਂਦਾ, ਲੁਕਣਾ ਹੀ ਨਹੀਂ ਆਉਂਦਾ ਉਸ ਤੋਂ। ਜੇ ਤੈਨੂੰ ਇਹਨਾਂ ਚੀਜ਼ਾਂ ਦੇ ਜੰਗੇ ਮੈਦਾਨ ਦੇ ਅਸੂਲਾਂ ਦਾ ਹੀ ਨਹੀਂ ਪਤਾ, ਜੰਗੇ ਮੈਦਾਨ 'ਚ ਕੀ ਕਰਨ ਵਾਸਤੇ ਆਇਆ? ਮਰਨ ਵਾਸਤੇ ਆਇਆ, ਸਿੱਧੀ ਜੀ ਗੱਲ। ਜੇ ਤੈਨੂੰ ਗੋਲੀ ਨਹੀਂ ਚਲਾਣੀ ਆਉਂਦੀ, ਤੈਨੂੰ ਆਪਣੇ ਦੁਸ਼ਮਣ ਦਾ ਮੁਕਾਬਲਾ ਨਹੀਂ ਕਰਨਾ ਆਉਂਦਾ, ਉਹਦੇ ਤੋਂ ਲੁਕਣਾ ਨਹੀਂ ਆਉਂਦਾ, ਛਿਪਣਾ ਨਹੀਂ ਆਉਂਦਾ, ਤੈਨੂੰ ਕੁਝ ਵੀ ਕਰਨ ਨਹੀਂ ਆਉਂਦਾ, ਫਿਰ ਸਿੱਧੀ ਜੀ ਗੱਲ ਆ, ਤੂੰ ਜੰਗੇ ਮੈਦਾਨ ਵਿੱਚ ਆਪਣੀ ਮੌਤ ਸਹੇੜਨ ਵਾਸਤੇ ਆਇਆ। ਤੂੰ ਮਰੇਗਾ ਇੱਥੇ, ਹੋਰ ਕੁਝ ਨਹੀਂ ਹੋ ਸਕਦਾ। ਮਹਾਰਾਜ ਕਹਿਣ ਲੱਗੇ, ਆਹ ਸੰਸਾਰ ਸਮੁੰਦਰ ਦੇ ਵਿੱਚ ਜੇ ਤੈਨੂੰ ਨਾਮ ਨਹੀਂ ਜਪਣਾ ਆਉਂਦਾ, ਬਾਣੀ ਨਹੀਂ ਪੜ੍ਹਨੀ ਆਉਂਦੀ, ਤੂੰ ਗੁਰੂ ਵਾਲਾ ਨਹੀਂ ਬਣ ਸਕਦਾ। ਕੀ ਕਰਨਾ ਆਇਆ? ਫਿਰ ਤੇ ਤੂੰ ਆਪਣਾ ਜੀਵਨ ਬਿਰਥਾ ਕਰਨੀ ਆਇਆ ਨਾ। ਭਾਈ ਰੇ ਭਗਤਹੀਣ ਕਾਹੇ ਜਗ ਆਇਆ। ਫੌਜੀ ਦਾ ਹੁਣ ਕੋਈ ਆਪਾਂ ਕਿਸੇ ਨੂੰ ਕਹਿੰਦੇ ਨਹੀਂ ਫੌਜੀ ਹੈ। ਫੌਜੀ ਦੀ ਵਰਦੀ, ਉਹਦਾ ਤਜਰਬਾ ਉਸ ਨੂੰ ਫੌਜੀ ਬਣਾਉਂਦਾ ਹੈ। ਸਿੱਖਾ ਤੇਰਾ ਜਪਿਆ ਨਾਮ, ਤੇਰਾ ਬਣਿਆ ਹੋਇਆ ਗੁਰੂ ਵਾਲਾ ਤੈਨੂੰ ਗੁਰਸਿੱਖ ਬਣਾਉਂਦਾ ਹੈ। ਤੇ ਜਿਹੜੇ ਇੱਦਾਂ ਬਣ ਜਾਂਦੇ ਨੇ, ਉਹ ਵਿਕਾਰਾਂ ਨੂੰ ਹਰਾ ਕੇ, ਵਿਕਾਰਾਂ ਨੂੰ ਪਛਾੜ ਕੇ ਫਿਰ ਨਿਰੰਕਾਰ ਹਜ਼ੂਰ ਜੀ ਕੇ ਚਰਨਾਂ ਵਿਖੇ ਪ੍ਰਵਾਨ ਹੋ ਜਾਂਦੇ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜੇ ਤੈਨੂੰ ਇਹ ਕੁਝ ਨਹੀਂ ਕਰਨਾ ਆਉਂਦਾ, ਜਿਵੇਂ ਵੈਪਨਲੈਸ ਕੋਈ, ਜਿਉਂ ਇਉਂ ਕਹਿ ਲਈਏ ਆਮ ਜਿਹਾ ਬੰਦਾ ਜਿਹਨੂੰ ਕੁਝ ਨਹੀਂ ਪਤਾ, ਉਹ ਮਰ ਸਕਦਾ ਹੈ ਜੰਗੇ ਮੈਦਾਨ ਵਿੱਚ। ਦੁਸ਼ਮਣ ਦੀ ਗੋਲੀ ਨੇ ਕੁਝ ਨਹੀਂ ਵੇਖਣਾ। ਜੇ ਤੈਨੂੰ ਨਾਮ ਨਹੀਂ ਨਾ ਜਪਣਾ ਆਉਂਦਾ ਤਾਂ ਇਹ ਸੰਸਾਰੀ ਮੁਸ਼ਕਲਾਂ ਤੈਨੂੰ ਦੱਬ ਲੈਣਗੀਆਂ। ਸੰਸਾਰੀ ਕਾਰ ਵਿਹਾਰ, ਸੰਸਾਰੀ ਚਿੰਤਾਵਾਂ, ਸੰਸਾਰੀ ਦੁੱਖ ਕਲੇਸ਼ ਦੇ ਤਲੇ ਤੂੰ ਦੱਬ ਜਾਏਗਾ। ਪਰ ਜੇ ਤੈਨੂੰ ਨਾਮ ਜਪਣਾ ਆਉਂਦਾ, ਮਹਾਰਾਜ ਜੀ ਕਹਿਣ ਲੱਗੇ ਦੋ ਗੱਲਾਂ ਨੇ, ਜਾਂ ਤਾਂ ਤੂੰ ਮਾਇਆ ਦਾ ਪੁਜਾਰੀ ਬਣ ਕੇ ਜੀ, ਜਾਂ ਤਾਂ ਤੂੰ ਮਾਇਆ ਦੇ ਪਿੱਛੇ ਲੱਗ ਕੇ ਜੀ, ਜਾਂ ਫਿਰ ਦੂਜੀ ਗੱਲ ਆ ਮਾਇਆ ਨੂੰ ਆਪਣੇ ਪਿੱਛੇ ਲਾ ਲੈ। ਹੁਣ ਮਾਇਆ ਦੇ ਪਿੱਛੇ ਤਾਂ ਸਾਰੇ ਲੱਗੇ ਪਏ ਆ, ਪਰ ਮਾਇਆ ਕਿਹਨਾਂ ਦੇ? ਮਾਇਆ ਲਾਇਕਾ ਇਹ ਸੰਸਾਰ ਦਾ ਕਾਰ ਵਿਹਾਰ, ਧਨ ਦੌਲਤ। ਹੁਣ ਮਾਇਆ ਕਿੰਨਾ ਪਿੱਛੇ ਲੱਗਦੀ? ਮਹਾਰਾਜ ਕਹਿਣ ਲੱਗੇ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਉਹ ਜਿਹਨੂੰ ਲੱਭਦਾ, ਜਿਹਨੂੰ ਭਾਲਦਾ, ਜਿਹਨੂੰ ਤਰਸਦਾ ਫਿਰਦਾ ਨਾ, ਤੂੰ ਆਪਣਾ ਘਰ ਛੱਡਿਆ, ਮਾਪੇ ਛੱਡੇ, ਧੀਆਂ ਪੁੱਤਰ ਛੱਡੇ, ਆਪਣਾ ਦੇਸ਼ ਛੱਡ ਦਿੱਤਾ, ਉਹ ਪੈਸਾ, ਉਹ ਧਨ ਦੌਲਤ, ਉਹ ਖੁਸ਼ੀਆਂ ਤੈਨੂੰ ਕਿਤੇ ਹੋਰ ਨਹੀਂ ਮਿਲ ਸਕਦੀਆਂ। ਉਹ ਖੁਸ਼ੀਆਂ ਤੈਨੂੰ ਤੇਰੇ ਆਪਣੇ ਅੰਦਰ ਦੇ ਵਿੱਚੋਂ ਪ੍ਰਾਪਤ ਜ਼ਰੂਰ ਹੋ ਸਕਦੀਆਂ ਨੇ। ਇਸ ਕਰਕੇ ਮਹਾਰਾਜ ਜੀ ਕਹਿਣ ਲੱਗੇ, ਹੋਣਗੀਆਂ ਕਿੱਦਾਂ? ਜੇ ਤੂੰ ਨਿਰੰਕਾਰ ਪਰਮੇਸ਼ਰ ਜੀ ਦੀ ਭਗਤੀ ਦੇ ਵਿੱਚ ਜੁੜੇਗਾ। ਹੁਣ ਪਰ ਭਗਤੀ ਕਰਨ ਵਾਸਤੇ ਤੇ ਅਸੀਂ ਆਏ ਨਹੀਂ, ਤੇ ਜਿਹੜੇ ਆਏ ਨਹੀਂ ਭਗਤੀ ਕਰਨ ਵਾਸਤੇ, ਮਹਾਰਾਜ ਕਹਿਣ ਲੱਗੇ, ਭਾਈ ਰੇ ਭਗਤਹੀਣ ਕਾਹੇ ਜਗ ਆਇਆ। ਪੂਰੇ ਗੁਰ ਕੀ ਸੇਵਨਾ ਕੀਨੀ, ਬਿਰਥਾ ਜਨਮ ਗਵਾਇਆ। ਤੂੰ ਤੇ ਬਿਰਥਾ ਜਨਮ ਹੀ ਗਵਾ ਲਿਆ ਆਪਣਾ ਸਾਰਾ। ਇਹ ਤਾਂ ਤੈਨੂੰ ਇੱਕ ਵਾਰੀ ਮਿਲੀ ਹੈ। ਇਹ ਤੈਨੂੰ ਇੱਕ ਇਉਂ ਕਹਿ ਲਾ, ਆਪਣਾ ਆਪ ਦਿਖਾਉਣ ਦੀ, ਆਪਣੀ ਪਰਫਾਰਮੈਂਸ ਦੇਣ ਦੀ, ਰੱਬ ਨੂੰ ਵਿਖਾਉਣ ਦੀ ਵੀ ਮੈਂ ਮਹਾਰਾਜ ਜੀ ਇਹਨਾਂ ਵਿਕਾਰਾਂ ਨਾਲ ਲੜ ਸਕਦਾ। ਇਹ ਦੱਸਣ ਵਾਸਤੇ ਤੈਨੂੰ ਆ ਮਨੁੱਖਾ ਜੀਵਨ ਮਿਲਿਆ। ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਕਾਹਦੇ ਵਾਸਤੇ? ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ। ਤੇ ਨਾਲੇ ਉੱਥੇ ਵੀ ਮਹਾਰਾਜ ਜੀ ਨੇ ਕਹਿ ਦਿੱਤਾ, ਅਵਰ ਕਾਜ ਤੇਰਾ ਕਿਤੈ ਨਾ ਕਾਮ। ਕਰਨਾ ਕੀ ਹੈ? ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੰਗਤ ਦੇ ਵਿੱਚ ਮਿਲ ਕੇ ਬੈਠ, ਸੱਤ ਮਹਾਂਪੁਰਖਾਂ ਦੀ ਸੰਗਤ ਦੇ ਵਿੱਚ ਜਾ, ਤੇ ਮਹਾਰਾਜ ਜੀ ਕਹਿਣ ਲੱਗੇ, ਉਹ ਪਰਮੇਸ਼ਰ ਦੇ ਨਾਮ ਨੂੰ ਪ੍ਰਾਪਤ ਕਰ ਲੈ। ਪਰ ਤੂੰ ਇਹਦਾ ਨਹੀਂ ਕਰ ਰਿਹਾ। ਤੇਰੀ ਸੋਚ, ਤੇਰੇ ਖਿਆਲਾਤ ਕੁਝ ਹੋਰ ਨੇ। ਤੂੰ ਆਪਣੀ ਸੋਚ ਦੇ ਮੁਤਾਬਕ ਇਹ ਸੰਸਾਰੀ ਕਾਰ ਵਿਹਾਰ, ਸੰਸਾਰੀ ਚੀਜ਼ਾਂ ਨੂੰ ਵੱਡਾ ਮੰਨ ਕੇ ਆਪਣੀ ਜ਼ਿੰਦਗੀ ਨੂੰ ਜਿਉਣ ਦਾ ਯਤਨ ਕਰਦਾ ਹੈ। ਤੇ ਮਹਾਰਾਜ ਜੀ ਕਹਿਣ ਲੱਗੇ, ਅਸਲ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੁੱਖ ਦਾ ਹੀ ਕਾਰਨ ਬਣਦੀਆਂ ਨੇ। ਇਹ ਰਹਾਉ ਦੇ ਬੰਦ ਦੇ ਅੰਦਰ ਸਤਿਗੁਰਾਂ ਕਿਰਪਾ ਕੀਤੀ ਸੋ ਮਹਾਰਾਜ ਆਖਿਆ, ਕਹਿਣ ਲੱਗੇ, ਜੇ ਪਰਮੇਸ਼ਰ ਦਾ ਨਾਮ ਨਹੀਂ ਤੇਰੇ ਪੱਲੇ ਦੇ ਵਿੱਚ, ਤੇ ਮਹਾਰਾਜ ਕਹਿਣ ਲੱਗੇ, ਤੂੰ ਆਪਣਾ ਜੀਵਨ ਬਿਰਥਾ ਗਵਾ ਲਿਆ। ਆਪੇ ਜਗ ਜੀਵਨ ਸੁਖ ਦਾਤਾ, ਆਪੇ ਬਖਸ਼ ਮਿਲਾਏ, ਜੀਅ ਜੰਤ ਇਹ ਕਿਆ ਵਿਚਾਰੇ, ਕਿਆ ਕੋ ਆਖ ਸੁਣਾਏ। ਔਰ ਅਗਲੀ ਗੱਲ ਮਹਾਰਾਜ ਜੀ ਨੇ ਬੜੀ ਪਿਆਰ ਦੀ ਕੀਤੀ ਹੈ। ਮਹਾਰਾਜ ਕਹਿਣ ਲੱਗੇ, ਸਿੱਖਾ ਭਗਤੀ ਪ੍ਰੇਮ ਦੀ ਹੁੰਦੀ ਹੈ, ਹੱਠ ਦੀ ਨਹੀਂ ਹੁੰਦੀ। ਭਗਤੀ ਪ੍ਰੇਮ ਦੀ ਹੈ, ਜਿਹਨੂੰ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਆਖਦੇ ਨੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੰਤ ਬਾਬਾ ਅਤਰ ਸਿੰਘ ਜੀ ਨੇ ਪ੍ਰੇਮ ਦੇ ਅਰਥ ਕੀਤੇ। ਪ੍ਰੇਮ ਦੇ ਅਰਥ ਕਰਦਿਆਂ ਕਹਿਣ ਲੱਗੇ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਪ੍ਰੇਮ ਕੀਤਾ ਉਹਨਾਂ ਨੇ ਸੱਚੇ ਪਾਤਸ਼ਾਹ ਹਜ਼ੂਰ ਜੀ ਨੂੰ ਪ੍ਰਾਪਤ ਕਰ ਲਿਆ। ਕੋਈ ਪ੍ਰੇਮੀ ਕਹਿੰਦਾ, ਸੰਤ ਜੀ ਅਸੀਂ ਵੀ ਪ੍ਰੇਮਾ ਭਗਤੀ ਕਰਦੇ ਹਾਂ, ਸਾਡੇ ਵੀ ਅੰਦਰ ਪ੍ਰੇਮ ਹੈ।
ਸੰਤ ਜੀ ਕਹਿਣ ਲੱਗੇ ਨਹੀਂ ਨਹੀਂ, ਤੇਰੇ ਅੰਦਰ ਪ੍ਰੇਮ ਹੁੰਦਾ ਤੂੰ ਇਹ ਕਹਿਣਾ ਹੀ ਨਹੀਂ ਸੀ। ਪ੍ਰੇਮ ਦੇ ਅਰਥ ਇਹ ਨਹੀਂ ਬਣਦੇ ਜੋ ਤੂੰ ਸਮਝ ਰਿਹਾ। ਤੇ ਪੁੱਛਿਆ ਤੁਸੀਂ ਦੱਸੋ ਫਿਰ ਪ੍ਰੇਮ ਦੇ ਅਰਥ ਕੀ ਨੇ? ਉਹ ਕਹਿਣ ਲੱਗੇ ਪ੍ਰੇਮ ਦੇ ਅਰਥ ਨੇ ਪਰੇ ਮੈਂ। ਪ੍ਰੇਮ ਦੇ ਅਰਥ ਪਰੇ ਮੈਂ। ਜਦੋਂ ਅੰਦਰ ਦੇ ਵਿੱਚੋਂ ਮੈਂ ਨਿਕਲ ਗਈ, ਸਿਰਫ ਤੂੰ ਹੀ ਤੂੰ ਰਹਿ ਗਿਆ, ਉਸ ਨੂੰ ਆਖਿਆ ਜਾਂਦਾ ਪ੍ਰੇਮ। ਜੇ ਤੂੰ ਆਖੇ ਮੈਂ ਨਿਤਨੇਮ ਕੀਤਾ, ਇਹ ਪ੍ਰੇਮ ਨਹੀਂ ਹੈ। ਤੂੰ ਕੌਣ ਆ ਭਾਈ ਨਿਤਨੇਮ ਕਰਨ ਵਾਲਾ? ਤੂੰ ਕੌਣ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਵਾਲਾ? ਇਹ ਮਹਾਰਾਜ ਐਵੇਂ ਥੋੜਾ ਦਰਸ਼ਨ ਦੇ ਦਿੰਦੇ। ਮਹਾਰਾਜ ਕਹਿਣ ਲੱਗੇ ਨਹੀਂ ਦਰਸ਼ਨ ਦੇਣੇ ਮੈਂ ਨਹੀਂ ਦੇਣੇ, ਨਾ ਮਲੇਸ਼ ਕੋ ਦਰਸ਼ਨ ਦੇ ਹੈ। ਮਹਾਰਾਜ ਕਹਿਣ ਲੱਗੇ ਨਹੀਂ ਦੇਣੇ ਦਰਸ਼ਨ ਮੈਂ, ਪਰ ਜਿਹਨੂੰ ਦੇਣੇ ਨੇ ਦਰਸ਼ਨ ਉਹਨੂੰ ਮੈਂ ਸੁੱਤੇ ਪਏ ਨੂੰ ਜਾਗ ਕੇ ਕਹਿਣਾ ਚੱਲ ਆ ਬੰਗਲਾ ਸਾਹਿਬ ਤੈਨੂੰ ਦਰਸ਼ਨ ਦੇਣੇ ਨੇ ਮੈਂ। ਆਪਾਂ ਮਹਾਰਾਜ ਸਾਨੂੰ ਐਵੇਂ ਨਹੀਂ ਆ ਗਏ, ਅਸੀਂ ਮਹਾਰਾਜ ਦੀ ਸਾਡੇ ਤੇ ਕਿਰਪਾ ਹੈ, ਬਖਸ਼ਿਸ਼ ਹੈ ਸਾਡੇ ਤੇ। ਸਤਿਗੁਰਾਂ ਨੇ ਸਾਨੂੰ ਬੁਲਾਇਆ, ਅਸੀਂ ਕੁਝ ਨਹੀਂ ਹਾਂ, ਅਸੀਂ ਨਹੀਂ ਆਏ। ਸੰਗਤ ਜੀ ਮੇਰੀ ਬੇਨਤੀ ਨੂੰ ਸਮਝਿਓ। ਇਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਜਦੋਂ ਮੁਗਲ ਬਾਦਸ਼ਾਹ ਨੇ ਆਖਿਆ ਸੀ ਮੈਂ ਦਰਸ਼ਨ ਕਰਨੇ ਨੇ, ਮਹਾਰਾਜ ਕਹਿਣ ਲੱਗੇ ਤੈਨੂੰ ਦਰਸ਼ਨ ਅਸੀਂ ਦੇਣੇ ਹੀ ਨਹੀਂ। ਸਾਡੀ ਅੰਦਰ ਦੀ ਭਾਵਨਾ, ਸਾਡੀ ਅੰਦਰ ਦੀ ਇੱਛਾ ਨਾਨਕ ਦਾ ਘਰ ਬਾਦਸ਼ਾਹ ਦੇ ਅੱਗੇ ਨਹੀਂ ਝੁਕੇਗਾ। ਮਹਾਰਾਜ ਜੀ ਕਹਿਣ ਲੱਗੇ ਨਾ ਮਲੇਸ਼ ਕੋ ਦਰਸ਼ਨ ਦੇ ਹੈ। ਹੁਣ ਅਸੀਂ ਸਾਰੇ ਸੋਚ ਲਈਏ, ਜੇ ਇਸ ਸਥਾਨ ਦੇ ਉੱਪਰ ਨਤਮਸਤਕ ਹੋਇਆ, ਇਹਦਾ ਮਤਲਬ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਚਾਹੁੰਦੇ ਨੇ ਆਓ ਸਿੰਘ ਜੀ, ਆਓ ਕੌਰ ਜੀ, ਤੁਹਾਨੂੰ ਗੁਰੂ ਦੇ ਦਰਸ਼ਨ ਦੇ ਕੇ ਨਿਹਾਲ ਕੀਤਾ ਜਾਏ। ਮਹਾਰਾਜ ਚਾਹੁੰਦੇ ਨੇ ਨਾ, ਮਹਾਰਾਜ ਨੇ ਦਰਸ਼ਨ ਦਿੱਤੇ ਨੇ ਸਾਨੂੰ। ਜੇ ਮਹਾਰਾਜ ਅਸੀਂ ਕਹੀਏ ਵੀ ਮੈਂ ਬੰਗਲਾ ਸਾਹਿਬ ਦੇ ਦਰਸ਼ਨ ਕੀਤੇ, ਤਾਂ ਇਹ ਫਿਰ ਪ੍ਰੇਮ ਨਹੀਂ ਹੈ, ਇਹ ਹਉਮੈ। ਤੇ ਮਹਾਰਾਜ ਕਹਿੰਦੇ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੈ ਇੱਕ ਠਾਏ। ਇਹ ਦੋਵੇਂ ਇੱਕ ਥਾਂ ਤੇ ਨਹੀਂ ਰਹਿ ਸਕਦੇ। ਇਸ ਕਰਕੇ ਆਪਣੇ ਅੰਦਰੋਂ ਇਹ ਚੀਜ਼ ਪਹਿਲਾਂ ਤਾਂ ਮਨਫੀ ਕਰ ਦੇ। ਜਦੋਂ ਇਹ ਚੀਜ਼ ਮਨਫੀ ਹੋ ਗਈ, ਪ੍ਰੇਮ ਹੀ ਪ੍ਰੇਮ, ਤੂੰ ਹੀ ਤੂੰ ਰਹਿ ਗਿਆ। ਜਤ ਦੇਖਾਂ ਤਤ ਤੂੰ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। जब आपा पर का मिट गया, जत देखा तत तू। पर मैनू सामने बैठा मेरा कोई प्यारा दिखदा है, सज्जे खब्बे मेरा कोई विरोधी दिखदा है। मेरी ते निगाह ये है महाराज, मैं जिधर वेखदा मैनू वखरा ही रिश्ता दिखदा है। पर जिस दिन मैनू हरेक रिश्ते दे विचों निरंकार दिखन लग पिया, याद रखियो महाराज सच्चे पातशाह कहन लगे तेरे अंदर दे विच याद रखियो उस दिन प्रेम प्रगट हो जाना है, प्रेम प्रगट हो जाना है। पर जिन्हां दे अंदर दे विच प्रेम नहीं प्रगट हुंदा, वो संसार दे विच कई वारी घिनौणियां हरकतां कर जांदे ने, अपने आपणियां नूं मार जांदे ने। बच्चा ताए ते भरोसा करे ते की गलती कर लई, पर उसनूं मार ही दिता गया। अंदर दे विच वो चीज़ नहीं है जो रब जी ने दित्ती सी। अंदर दे विच वो ह्यूमिनिटी खत्म हो गई, इस करके वो बंदा इत्थे तक पहुँच गया। पर महाराज सच्चे पातशाह कहन लगे मैं तैनूं इदां दा बनाउणा, तैनूं हरेक दे विचों, तैनूं मैं हरेक सिख नूं भाई कन्हैया बना देना। ना कोई बैरी नहीं, अपणियां दी ते गल छड्ड, अपने धीआं पुत्रां भतीजियां भाणजियां दी ते गल ही छड्ड। महाराज जी कहन लगे ना को बैरी नहीं बेगाना, सगल संग हमको बनाई। कोई तेरे उत्ते तलवार दा वार भी करे ते तूं ओहनूं भी पुछे सिखा पानी पीना ही प्यासा ते नहीं, तेरे अंदर मैं आह चीज़ भर देनी है और तैनूं बड़ी सूरमा बना देना है, तैनूं अंदर दे विच आत्म जेतू बना देना मैं है। महाराज सच्चे पातशाह दे दर ये कृपा करते ने। सतगुरु कृपा करते हुए कहन लगे वो आप ही कृपा करेगा, फिर अंदर दे विच नाम प्रबल होएगा। आपे जग जीवन सुखदाता आपे बख्श मिलाए। पर साडी कोई मर्जी नहीं चलती है। अगली कृपा सतगुरु कहन लगे गुरमुख आपे दे वडियाई, गुरमुख आपे दे वडाई आपे सेव कराए। वो गुरु आपे अपनी सेवा साडे तो करवाउंदा है। गुरु दी बाणी सुननी कीर्तन रूप, गुरु दी विचार सुननी, गुरु दे घर दी हरेक, जदों असीं गुरु घर प्रवेश कर गए, जे तुसीं प्रेम दे नाल बाणी सुनदे हो, प्रेम हरेक दे नाल बचन चंगे बोलदे हो, ये सारा कुछ सेवा दे विच आ जांदा है। ये सारा कुछ सेवा दे विच गिणिया जांदा है। बाणी सुनना, पढ़ना, जोड़ियां दी सेवा, झाड़ू दी सेवा, लंगरां दी सेवा, किते भी सेवा करिए, ये महाराज सच्चे पातशाह कहन लगे दिंदा वो परमेश्वर आप है। पर जिन्हां दे मन दे उपर संसारी चीज़ां दा असर है, वो की करदे ने, देख कुटुंब मोह लोभाणा चलदियां नाल ना जाई। कुटुंब कहंदे ने परिवार नूं, संसार नूं। महाराज कहंदे इन्हां विच लुप्त हो गए। गुरु अमरदास साहब महाराज जी दा इत्थे शब्द है,
ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਆਨੰਦ ਸਾਹਿਬ ਵਿੱਚ ਕਹਿ ਰਹੇ ਨੇ, ਲਾਈਕ ਅ ਸੇਮ ਜੇ ਵਰਡ ਨੇ। ਮਹਾਰਾਜ ਕਹਿੰਦੇ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀ, ਜਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੇ, ਜਿਤ ਅੰਤ ਪਛੋਤਾਈਏ। ਫਿਰ ਕਰਨਾ ਕੀ ਹੈ? ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਜਿਤ ਹੋਵੈ ਤੇਰਾ, ਜਿਹੜਾ ਤੇਰੇ ਨਾਲ ਚੱਲੇਗਾ ਉਹ ਉਪਦੇਸ਼ ਨੂੰ ਸੁਣ। ਮਹਾਰਾਜ ਕਹਿੰਦੇ, ਦੇਖ ਕੁਟੰਬ ਮੋਹ ਲੋਭਾਣਾ, ਚਲਦਿਆਂ ਨਾਲ ਨਾ ਜਾਈ, ਸਤਿਗੁਰ ਸੇਵ ਗੁਣ ਨਿਧਾਨ ਪਾਇਆ, ਤਿਸ ਦੀ ਕੀਮ ਨਾ ਪਾਈ। ਮਹਾਰਾਜ ਕਹਿੰਦੇ ਉਹਦੀ ਕੀਮਤ ਨਹੀਂ ਪਾਈ ਜਾ ਸਕਦੀ। ਆਪਾਂ ਉਹਦੀ ਇਹ ਨਹੀਂ ਕਹਿ ਸਕਦੇ, ਆਪਾਂ ਕਹਿ ਸਕਦੇ ਹਾਂ ਸਾਡੇ ਸਾਹਮਣੇ ਕੋਈ ਚੀਜ਼ ਪਈ ਹੈ ਕਿ ਇਹ ਇੰਨੇ ਕੁ ਦੀ ਹੋਏਗੀ, ਪਰ ਰੱਬ ਦਾ ਨਾਮ, ਉਹਦੇ ਖਜ਼ਾਨਾ, ਉਹਦਾ ਹਿਸ ਵੈਲਿਊ ਆਫ ਨੋਟ ਅ, ਉਹਦੀ ਵੈਲਿਊ ਜਿਹੜੀ ਹੈ ਨਾ ਪਰਮੇਸ਼ਰ ਦੇ ਨਾਮ ਦੀ, ਉਹਨੂੰ ਐਸਟੀਮੇਟ ਨਹੀਂ ਕੀਤਾ ਜਾ ਸਕਦਾ ਵੀ ਏਡੀ ਕੁ ਵੈਲਿਊ ਹੋਏਗੀ, ਆਹ ਕਿਰਪਾ ਹੋਏਗੀ। ਰੱਬ ਦੇ ਨਾਮ ਦੀ ਤਾਂ ਏਡੀ ਕਿਰਪਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੂੰ ਸਮਝੇਗਾ ਨਹੀਂ, ਰੱਬ ਦੇ ਨਾਮ ਦੀ ਏਡੀ ਕਿਰਪਾ ਹੈ, ਇਹ ਤਾਂ ਕੀੜਾ ਥਾਪ ਦੇ ਪਾਤਸ਼ਾਹੀ, ਤਿਸ ਲਸਕਰ ਕਰੇ ਸਵਾਹ। ਇਹ ਤਾਂ ਕੀੜਿਆਂ ਨੂੰ ਪਾਤਸ਼ਾਹੀਆਂ ਦਿੰਦਾ। ਮਹਾਰਾਜ ਜਿਵੇਂ ਸਾਹਿਬ ਜੀ ਬੋਲ ਕਹਿੰਦੇ ਨੇ ਨਾ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਮਹਾਰਾਜ ਇੱਕ ਤੇ ਮੈਨੂੰ ਕੋਈ ਪੁੱਛਦਾ ਨਹੀਂ ਸੀ, ਪੁੱਛਣਾ ਤਾਂ ਕਿਸੇ ਨੇ ਕੀ, ਮੈਨੂੰ ਤੇ ਧੱਕੇ ਮਾਰ ਰਹੇ ਸੀ ਲੋਕ, ਮੈਨੂੰ ਤੇ ਯਤੀਮ ਕਹਿ ਰਹੇ ਸੀ ਲੋਕ, ਮੈਨੂੰ ਤੇ ਲੋਕ ਨਿਥਾਵਾ ਕਹਿ ਰਹੇ ਸੀ। ਹੁਣ ਕੋਈ ਸੋਚ ਸਕਦਾ ਸੀ? ਇਹ ਗੁਰੂ ਦੀ ਕਿਰਪਾ ਹੈ, ਆਹ ਕਰ ਦਿੰਦਾ ਗੁਰੂ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਪਰ ਜਦੋਂ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਸਾਨੂੰ ਕੀੜਿਆਂ ਨੂੰ ਪਾਤਸ਼ਾਹੀਆਂ ਬਾਦਸ਼ਾਹੀਆਂ ਬਖਸ਼ ਦਿੱਤੀਆਂ, ਆ ਨਿਰੰਕਾਰ ਪਾਤਸ਼ਾਹ ਕਰ ਦਿੰਦਾ ਹੈ। ਇਹ ਇਹਦੇ ਘਰ ਦੀ ਸਮਰੱਥਾ ਹੈ, ਇਹ ਇਹਦੇ ਘਰ ਦੀ ਕਿਰਪਾ ਹੈ। ਇਸ ਕਰਕੇ ਇਹਨੂੰ ਆਪਾਂ ਐਸਟੀਮੇਟ ਨਹੀਂ ਕਰ ਸਕਦੇ ਵੀ ਰੱਬ ਦੇ ਨਾਮ ਦੀ ਕਿੰਨੀ ਕੁ ਵੈਲਿਊ ਹੈ, ਕੀ ਮਿਲੇਗਾ। ਮਹਾਰਾਜ ਕਹਿਣ ਲੱਗੇ, ਤੂੰ ਸੋਚ ਹੀ ਨਹੀਂ ਸਕਦਾ ਕੀ ਮਿਲੇਗਾ। ਕੀ ਮਿਲੇਗਾ ਨਹੀਂ, ਕੀ ਮਿਲੇਗਾ ਤੂੰ ਸੋਚ ਨਹੀਂ ਸਕਦਾ। ਜਿਵੇਂ ਤਾਰੇ ਗਿਣੇ ਜਾਤ ਹੈ, ਨਾ ਤਾਰੇ ਗਿਣੇ ਜਾਤ ਹੈ। ਰਸਮਾਨ ਦੇ ਤਾਰੇ ਗਿਣੇ ਜਾ ਸਕਦੇ ਨੇ, ਪਰ ਰੱਬ ਦੇ ਨਾਮ ਨੇ ਕਿੰਨੇ ਕੁ ਉਤਾਰ ਦਿੱਤੇ, ਇਹ ਨਹੀਂ ਗਿਣੇ ਜਾ ਸਕਦੇ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਹੋਏ ਕਹਿਣ ਲੱਗੇ, ਸਤਿਗੁਰ ਸੇਵ ਗੁਣ ਨਿਧਾਨ ਪਾਇਆ, ਤਿਸ ਦੀ ਕੀਮ ਨਾ ਪਾਈ, ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਖਾਈ। ਮੈਂ ਹੁਣ ਉਹ ਨਾਮ ਜਪਿਆ ਜਿਹੜਾ ਅੰਤ ਦੇ ਵਿੱਚ, ਉਸ ਵੇਲੇ ਜਿੱਥੇ ਸੰਸਾਰੀ ਬੰਦਾ ਕੋਈ ਨਹੀਂ ਖੜਦਾ, ਉੱਥੇ ਵੀ ਮੇਰੇ ਨਾਲ ਤੁਰੇਗਾ। ਆਪਣਾ ਮਨ ਚਿਤ ਕਹਿ ਕਹਾਏ, ਬਿਨ ਗੁਰ ਆਪ ਨਾ ਜਾਈ, ਹਰ ਜਿਉ ਦਾਤਾ ਭਗਤ ਵਛਲ ਹੈ, ਕਰ ਕਿਰਪਾ ਮਨ ਵਸਾਈ, ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ, ਗੁਰਮੁਖ ਦੇ ਵਡਿਆਈ। ਮਹਾਰਾਜ ਕਹਿਣ ਲੱਗੇ, ਸੱਚੇ ਪਾਤਸ਼ਾਹ ਜੀ ਅੰਤਲੇ ਪਦੇ ਦੇ ਅੰਦਰ ਮਹਾਰਾਜ ਜੀ ਕਹਿਣ ਲੱਗੇ, ਉਹ ਆਪਣੀ ਬਖਸ਼ਿਸ਼ ਦੇ ਜਰੀਏ ਆਪਣਾ ਨਾਮ ਸੰਗਤ ਦੇ ਮੁਖ ਤੋਂ ਆਪ ਹੀ ਕਹਾਉਂਦਾ ਹੈ। ਮੈਂ ਜਿਵੇਂ ਪਹਿਲੋਂ ਬੇਨਤੀ ਕੀਤੀ, ਸਾਡੀ ਮਰਜ਼ੀ ਨਹੀਂ ਹੈ, ਇਹ ਉਸਤਤ ਉਹਦੀ ਹੈ। ਉਹ ਕਹਾ ਰਿਹਾ, ਜਿਉਂ ਬੁਲਾਵੈ ਤਿਉਂ ਬੋਲੇ ਸੁਆਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਮਹਾਰਾਜ ਸੱਚੇ ਪਾਤਸ਼ਾਹ, ਮੈਂ ਤੇ ਮੂਰਖ ਬੰਦਾ, ਮੈਂ ਤੇ ਮਹਾਰਾਜ ਸੱਚੇ ਪਾਤਸ਼ਾਹ ਕੁਝ ਵੀ ਨਹੀਂ ਆ। ਇਹ ਇੱਕ ਦੀ ਗੱਲ ਨਹੀਂ ਹੈ। ਖੈਰ ਸੰਬੋਧਨ ਇੱਥੇ ਮੈਂ ਚਾਹੇ ਆਪਣੇ ਆਪ ਨੂੰ ਹੋ ਰਿਹਾ, ਪਰ ਹੈ ਸਾਰਿਆਂ ਦੇ ਗੱਲ ਦੀ ਹੈ, ਕਿਉਂਕਿ ਅੰਦਰ ਸਾਰਿਆਂ ਦਾ ਇੱਕੋ ਜਿੱਕਾ ਹੈ। ਮਹਾਰਾਜ ਅਸੀਂ ਹਾਂ ਹੀ ਕੁਝ ਨਹੀਂ, ਉਹ ਤੇਰੇ ਦਰ ਤੇ ਕੁਝ ਵੀ ਨਹੀਂ ਆ। ਜਿਹੜਾ ਜੁਗਨੂ ਹੈ ਨਾ, ਉਹ ਹਨੇਰੇ ਦੇ ਵਿੱਚ ਤੇ ਮਾਣ ਕਰ ਸਕਦਾ, ਨਿੱਕਾ ਜਿਹਾ ਮਾਣ ਹੋ ਸਕਦਾ ਉਸ ਨੂੰ, ਵੀ ਜਦੋਂ ਮੈਂ ਖੰਭ ਖੋਲਦਾ ਤੇ ਰੁਸ਼ਨਾਈ ਹੋ ਜਾਂਦੀ ਹੈ ਥੋੜੀ ਜੀ। ਇਹ ਜੁਗਨੂ ਦਾ ਭੁਲੇਖਾ ਹੈ। ਇਹ ਜੁਗਨੂ ਨੂੰ ਪਤਾ ਨਹੀਂ ਨਾ ਵੀ ਜਦੋਂ ਸਵੇਰ ਹੋਈ, ਸੂਰਜ ਦੀ ਪਹਿਲੀ ਕਿਰਨ ਵੀ ਨਹੀਂ ਝੱਲਣੀ ਤੂੰ, ਪਹਿਲੀ ਕਿਰਨ ਤੇ ਛੱਡ ਪ੍ਰਭਾਤ ਵੀ ਨਹੀਂ ਝੱਲਣੀ ਤੂੰ। ਪ੍ਰਭਾਤ ਕਹਿੰਦੇ ਨੇ ਜਦੋਂ ਸੂਰਜ ਨਾ ਚੜਿਆ ਹੋਵੇ ਪਰ ਚਾਨਣ ਹੋ ਗਿਆ ਹੋਵੇ, ਤੂੰ ਤੇ ਉਹ ਵੀ ਨਹੀਂ ਝੱਲਣਾ। ਸੂਰਜ ਝੱਲਣਾ ਤੇ ਬੜੀ ਦੂਰ ਦੀ ਗੱਲ ਹੈ। ਆਪਾਂ ਉਹ ਜੁਗਨੂਆਂ ਵਰਗਿਆਂ ਜਿਹੜੇ ਕਿਤੇ ਨਾ ਕਿਤੇ ਮਾਣ ਕਰ ਬੈਠਦੇ ਨੇ, ਪਰ ਇਹ ਪਤਾ ਨਹੀਂ ਰੱਬ ਦੀ ਤੇ ਨਿੱਕੀ ਜਿਹੀ ਹਵਾ ਨਹੀਂ ਝੱਲ ਸਕਦੇ ਅਸੀਂ, ਪਰਮੇਸ਼ਰ ਵਾਹਿਗੁਰੂ ਦੀ ਅਸੀਂ ਉਹਦਾ ਪ੍ਰਤਾਪ ਨਹੀਂ ਝੱਲ ਸਕਦੇ। ਸਤਿਗੁਰੂ ਜੀ ਨੇ ਕਹਿ ਦਿੱਤਾ ਨਾ ਆਪਣੀ ਬਾਣੀ ਦੇ ਅੰਦਰ, ਮਹਾਰਾਜ ਨੇ ਆਪ ਹੀ ਕਿਰਪਾ ਕੀਤੀ, ਜੇ 100 ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾ ਘੋਰ ਅੰਧਾਰਾ ਰਹੇਗਾ,
ਭਾਵੇਂ ਸੰਸਾਰੀ ਪੱਧਰ ਦੇ ਉੱਪਰ ਕਿੰਨਾ ਮਰਜ਼ੀ ਚਾਨਣਾ ਹੋ ਜਾਵੇ, ਪਰ ਬਲਾਈਂਡ ਬੰਦੇ ਨੂੰ ਕੀ ਭਾਵੇਂ 1000 ਸੂਰਜ ਕਿਉਂ ਨਾ ਚੜ ਜਾਏ, ਹੁਣ ਅਸੀਂ ਫਿਜ਼ੀਕਲੀ ਬਲਾਈਂਡ ਨਹੀਂ ਆ, ਅਸੀਂ ਇੰਟਰਨਲੀ ਮੈਂਟਲੀ ਅੰਦਰੂਨੀ ਤੌਰ ਤੇ ਅੰਤःਕਰਨ ਦੇ ਤੌਰ ਤੇ ਅੰਨੇ ਆ। ਬਾਹਰ ਭਾਵੇਂ ਕਿੰਨੀਆਂ ਵੀ ਗੱਲਾਂ ਹੋਈ ਜਾਣ, ਸਾਡੇ ਮਨ ਨੂੰ ਜੇਕਰ ਗੱਲ ਸਮਝਣੀ ਪਈ ਤੇ ਫਿਰ ਕੋਈ ਫਾਇਦਾ ਨਹੀਂ ਹੈ, ਫਿਰ ਕੋਈ ਫਾਇਦਾ ਨਹੀਂ। ਹੁਣ ਮਨ ਨੂੰ ਜੇ ਨਿੱਕੀ ਜਿਹੀ ਬਾਤ ਇਹਦੇ ਖਾਨੇ ਪੈ ਗਈ, ਸਮਝ ਪੈ ਗਈ ਵੀ ਉਹ ਨਿਰੰਕਾਰ ਦਾ ਪਰਮੇਸ਼ਰ ਦਾ ਨਾਮ ਤੇਰਾ ਸਹਾਰਾ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹੋਏ ਕਹਿਣ ਲੱਗੇ ਫੇਰ ਤੇਰੇ ਤੇ ਰਹਿਮਤ ਹੈ। ਔਰ ਯਾਦ ਰੱਖੀ, ਇਹ ਡਰਾਉਣ ਵਾਸਤੇ ਨਹੀਂ ਹੈ ਵੀ ਨਰਕ ਮਿਲੇਗਾ, ਇਹ ਡਰਾਉਣ ਵਾਸਤੇ ਨਹੀਂ ਹੈ ਕਥਾ ਵਿਚਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇੱਕ ਪੱਖ ਇਹ ਹੈ, ਦੂਜਾ ਪੱਖ ਇਹ ਵੇਖ ਉਹ ਰੱਬ ਦਿਆਲੂ ਕਿੱਡਾ, ਉਹ ਪਰਮੇਸ਼ਰ ਕਿਰਪਾਲੂ ਕਿੱਡਾ। ਇੱਕ ਤਾਂ ਹੈ ਵੀ ਅਸੀਂ ਸੰਸਾਰੀ ਪੱਧਰ ਦੇ ਉੱਪਰ ਗੱਲਾਂ ਸੁਣੀਆਂ, ਵਿਚਾਰਾਂ ਸੁਣੀਆਂ, ਬਾਤਾਂ ਸੁਣੀਆਂ, ਨਰਕ ਇਹ ਉਹ ਆ ਮਿਲੇਗਾ ਉਹ ਮਿਲੇਗਾ, ਡਰ ਗਿਆ ਮਨ। ਪਰ ਮਹਾਰਾਜ ਕਹਿੰਦੇ ਉਹਨੂੰ ਛੱਡ, ਤੂੰ ਰੱਬ ਦੀ ਦਿਆਲਤਾ ਵੇਖ, ਰੱਬ ਦੀ ਕਿਰਪਾ ਵੇਖ, ਰੱਬ ਪਰਮੇਸ਼ਰ ਵਾਹਿਗੁਰੂ ਕਿੰਨਾ ਅੰਦਰੋਂ ਕਿੰਨਾ ਕੋਮਲ ਹੈ। ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਕਹਿੰਦੇ ਨਾ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ ਨਾ ਹਉ ਜਤੀ ਸਤੀ ਨਹੀਂ ਪੜ੍ਹਿਆ, ਮੂਰਖ ਮੁਗਦਾ ਜਨਮ ਪਿਆ। ਮਹਾਰਾਜ ਮੰਨ ਗਏ। ਹੁਣ ਉਹ ਮਹਾਰਾਜ ਨਹੀਂ, ਮਹਾਰਾਜ ਕਹਿੰਦੇ ਨੇ ਤੂੰ ਕਹਿ। ਜਿਵੇਂ ਇੱਕ ਟੀਚਰ ਨੂੰ ਤੇ ਪਤਾ ਹੈ A ਫੋਰ ਐਪਲ, ਊੜੇ ਤੇ ਕੀ ਪੈਂਦਾ, ਐੜੇ ਤੇ ਕੀ ਪੈਂਦਾ, ਪਰ ਉਹ ਬੱਚਿਆਂ ਨੂੰ ਕਹਿੰਦਾ ਹੈ ਤੂੰ ਬੋਲ A ਫੋਰ ਐਪਲ। ਹੁਣ ਇਹਦਾ ਮਤਲਬ ਇਹ ਨਹੀਂ ਕਿ ਟੀਚਰ ਇਲਿਟਰੇਟ ਹੈ, ਟੀਚਰ ਅਨਪੜ੍ਹ ਹੈ, ਨਹੀਂ ਨਹੀਂ, ਉਹ ਬੱਚਿਆਂ ਨੂੰ ਕਹਿ ਰਿਹਾ ਜੇ ਤੁਸੀਂ ਮੇਰੇ ਨਾਲ ਨਾਲ ਬੋਲੋਗੇ ਤੁਸੀਂ ਵੀ ਪ੍ਰੋਫੈਸਰ, ਤੁਸੀਂ ਵੀ ਬੜਾ ਕੁਝ ਬਣ ਸਕਦੇ ਹੋ। ਮਹਾਰਾਜ ਸੱਚੇ ਪਾਤਸ਼ਾਹ ਨਹੀਂ ਹੈ ਇੱਦਾਂ ਦੇ। ਮਹਾਰਾਜ ਕਹਿੰਦੇ ਸਿੱਖਾ ਚੱਲ ਤੂੰ ਮੇਰੇ ਨਾਲ ਬੋਲ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਮਹਾਰਾਜ ਬਾਕੀ ਤਾਂ ਮੇਰੇ 'ਚ ਸਾਰੇ ਹੀ ਔਗਣ ਨੇ, ਕੁੱਲ ਮਿਲਾ ਕੇ ਮੈਂ ਔਗਣੀ ਭਰਪੂਰ ਬੰਦਾ। ਹਮ ਅਵਗਣ ਭਰੇ ਏਕ ਗੁਣ ਨਾਹੀ, ਕੁਝ ਵੀ ਨਹੀਂ ਹੈ ਮੇਰੇ 'ਚ, ਪਰ ਇੱਕ ਨਿੱਕਾ ਜਿਹਾ ਕਿਣਕਾ ਇਹ ਹੈ, ਸਾਰੇ ਔਗਣ ਹੋਣ ਦੇ ਬਾਵਜੂਦ ਮੈਂ ਤੇਰੇ ਦਰ ਦੇ ਉੱਤੇ ਆ ਗਿਆ। ਸਗਲ ਦੁਆਰ ਕੋ ਛੱਡ ਕੇ ਗੇਹੋ ਤੁਹਾਰੋ ਦੁਆਰ, ਮੈਂ ਸਾਰਾ ਕੁਝ ਛੱਡ ਕੇ ਤੇਰੇ ਘਰ ਵਿੱਚ ਆਇਆ। ਹੁਣ ਇਹ ਮੈਨੇ ਮੇਰੇ ਤੇ ਬਖਸ਼ਿਸ਼ ਕਰ, ਬਾਹੇ ਗਹੇ ਕਿ ਲਾਜ ਅਸ ਗੋਬਿੰਦ ਦਾਸ ਤਹਾਰ। ਮਹਾਰਾਜ ਤੂੰ ਮੇਰੇ ਤੇ ਇਹ ਰਹਿਮਤ ਕਰ ਦੇ। ਮਹਾਰਾਜ ਜਿਵੇਂ ਭਗਤ ਸਦਨਾ ਸਾਹਿਬ ਕਹਿੰਦੇ ਨੇ ਨਾ, ਭਗਤ ਜੀ ਕਹਿਣ ਲੱਗੇ ਵੀ ਮੇਰੇ ਕੋਲੇ ਹੋਰ ਤਾਂ ਕੋਈ ਵਡਿਆਈ ਨਹੀਂ, ਪਰ ਇੰਨੀ ਕੁ ਵਡਿਆਈ ਹੈ ਵੀ ਮਹਾਰਾਜ ਮੈਂ ਤੇਰੇ ਦਰ ਦੇ ਉੱਤੇ ਆ ਗਿਆ ਬਸ। ਵੀ ਮੇਰੇ ਕੋਲੇ ਹੋਰ ਦੇਣ ਨੂੰ ਮੇਰੇ ਕੋਲੇ ਕਿਰਾਇਆ ਨਹੀਂ, ਪਰ ਮੇਰੇ ਕੋਲੇ ਇੰਨੀ ਕੁ ਹਿੰਮਤ ਸੀ, ਮੈਂ ਸਾਰਾ ਜ਼ੋਰ ਤਾਣ ਲਾ ਕੇ ਜਹਾਜ਼ ਵਿੱਚ ਚੜ੍ਹ ਗਿਆ, ਹੋਰ ਮੈਨੂੰ ਕੁਝ ਨਹੀਂ ਆਉਂਦਾ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਦਾ ਅੱਗੋਂ ਵਾਅਦਾ ਹੁੰਦਾ ਹੈ। ਮਹਾਰਾਜ ਕਹਿਣ ਲੱਗੇ ਤੇਰਾ ਇੰਨਾ ਹੀ ਕਾਫੀ ਹੈ, ਤੇਰਾ ਇੰਨਾ ਹੀ ਕਾਫੀ ਹੈ, ਤੂੰ ਆ ਗਿਆ। ਮਹਾਰਾਜ ਸੱਚੇ ਪਾਤਸ਼ਾਹ ਦੇ ਜਿਵੇਂ ਭਾਈ ਗੁਰਦਾਸ ਜੀ ਆਖਦੇ ਨੇ, ਬਸ ਤੇਰਾ ਇੱਕ ਕਦਮ ਤੁਰਿਆ ਹੀ ਬਹੁਤ ਹੈ, ਇਨਫ। ਜੇ ਤੂੰ ਇੱਕ ਕਦਮ ਪੱਟ ਲਿਆ ਬਹੁਤ ਹੈ, ਬਾਕੀ ਕੰਮ ਮੇਰਾ। ਕੀ ਕਹਿੰਦੇ ਨੇ ਭਾਈ ਗੁਰਦਾਸ ਜੀ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ। ਉਹ ਗੁਰੂ ਆਪਣੇ ਆਪ ਕਰ ਦੇਗਾ ਬਾਕੀ ਕਾਰਜ, ਤੂੰ ਆਪਣੀ ਹਿੰਮਤ ਤੇ ਦਿਖਾ। ਹੁਣ ਤੂੰ ਲੈਣਾ ਕੀ ਚਾਹੁੰਦਾ ਸੰਗਤ ਵਿੱਚੋਂ? ਕੋਈ ਸਤਿ ਪੁਰਖ ਤੈਨੂੰ ਮਿਲਿਆ ਤੇ ਉਹ ਤੋਂ ਲੈਣਾ ਕੀ ਚਾਹੁੰਦਾ? ਤੂੰ ਘਰ ਦੀਆਂ ਹੀ ਅਰਦਾਸਾਂ ਕਰਵਾਉਣਾ ਚਾਹੁੰਦਾ ਜਾਂ ਕਹਿਣਾ ਚਾਹੁੰਦਾ ਜਿਵੇਂ ਤੁਸੀਂ ਜਪਦੇ ਹੋ ਮੈਨੂੰ ਵੀ ਆ ਸਿੱਖਿਆ ਦੇ ਦਿਓ? ਇੱਕ ਵਿਦਵਾਨ ਬੜੀ ਪਿਆਰੀ ਗੱਲ ਕਹਿੰਦਾ, ਉਹ ਕਹਿੰਦਾ ਸੈਂਟ ਲਾਈਕ ਇਜ਼ ਅ ਓਸ਼ੀਅਨ, ਸੰਤ ਸਮੁੰਦਰ ਵਰਗੇ ਹੁੰਦੇ ਨੇ, ਜਿਹੜੇ ਬੋੜੀਆਂ ਬਖਸ਼ਿਸ਼ਾਂ ਦੇ ਭੰਡਾਰ ਹੁੰਦੇ ਨੇ। ਸਮੁੰਦਰ ਦੇ ਕਿਨਾਰੇ ਦੇ ਉੱਪਰ ਸਾਨੂੰ ਮਿੱਟੀ ਮਿਲੇਗੀ, ਸੈਂਡ ਮਿਲੇਗੀ, ਉਹ ਮਿੱਟੀ ਜਿਹੜੀ ਖਿਸਕਦੀ ਰਹਿੰਦੀ ਹੈ ਪੈਰਾਂ ਨੀਚੋਂ। ਜਿਹੜੇ ਗਏ ਨੇ ਕਿਨਾਰੇ ਤੇ ਪਤਾ ਉਹਨਾਂ ਨੂੰ। ਤੇ ਜੇ ਕੋਈ ਸੋਚੇ ਵੀ ਇਹ ਛੱਲਾਂ ਇਹ ਪਾਣੀ ਡਰ ਜਾਏ, ਉਹ ਫਿਰ ਵਾਪਸ ਹੀ ਮੁੜ ਆਉਂਦੇ ਨੇ, ਜਾਂ ਫਿਰ ਉਹਨਾਂ ਦੇ ਹੱਥ ਸਿੱਪੀਆਂ ਦੇ ਖਾਲੀ ਖੋਲ ਮਿਲਦੇ ਨੇ। ਤੇ ਜਿਹੜੇ ਹਿੰਮਤ ਜੀ ਕਰਕੇ ਅਗਾਂਹ ਉਤਰਦੇ ਜਾਂਦੇ ਨੇ, ਜਿਨ੍ਹਾਂ ਨੂੰ ਤੈਰਨਾ ਆਉਂਦਾ, ਜਿੰਨੀ ਡੂੰਘਾਈ ਵਿੱਚ ਜਾਈ ਜਾਂਦੇ ਨੇ, ਤਿੰਨੇ ਕੀਮਤੀ ਰਤਨ ਉਹ ਕੱਢ ਕੱਢ ਕੇ ਲੈ ਕੇ ਆ ਸਕਦੇ ਨੇ। ਕਹਿਣ ਲੱਗੇ ਸੈਂਟ ਲਾਈਕ ਇਜ਼ ਅ ਓਸ਼ੀਅਨ, ਯੂ ਕੈਨ ਫਾਈਂਡ ਐਵਰੀ ਜੈਮ ਅਕੋਰਡਿੰਗ ਟੂ ਯੂਅਰ ਵਰਸ਼ਿਪ ਐਂਡ ਯੂਅਰ ਵਿਲ ਪਾਵਰ। ਤੇ ਹੁਣ ਤੂੰ ਸਭ ਕੁਝ ਪ੍ਰਾਪਤ ਕਰ ਸਕਦਾ, ਪਰ ਇਹ ਨਿਰਭਰ ਕਰਦਾ ਤੇਰੀ ਪ੍ਰੇਮਾ ਭਗਤੀ ਦੇ ਉੱਪਰ
ਔਰ ਤੇਰੀ ਇੱਛਾ ਦੇ ਉੱਪਰ ਤੂੰ ਮੰਗਣਾ ਕੀ ਚਾਹੁੰਦਾ ਗੁਰੂ ਕੋਲੋਂ। ਹੁਣ ਗੁਰੂ ਵੀ ਇੱਦਾਂ, ਗੁਰੂ ਪਰ ਪਾਤਸ਼ਾਹ ਹੈ ਇੱਦਾਂ। ਹੁਣ ਅਸੀਂ ਮੰਗਣਾ ਕੀ ਚਾਹੁੰਦੇ ਹਾਂ ਮਹਾਰਾਜ ਕੋਲੋਂ? ਮਹਾਰਾਜ ਦੇ ਦਰ ਦਾ ਸੋਨਾ ਵੇਖ ਮਹਾਰਾਜ ਮੇਰਾ ਘਰ ਵੀ ਵੜਿਆ ਦੇ। ਮਹਾਰਾਜ ਵਾਸਤੇ ਕਿੱਡੀਆਂ ਕੁ ਗੱਲਾਂ ਨੇ। ਮਹਾਰਾਜ ਕਹੇਗਾ ਕਰ ਦਿੰਦੇ ਦਰ ਤੇ ਕਿਰਪਾ। ਕੋਈ ਸਿੱਖ ਹੈ ਮਹਾਰਾਜ ਸੱਚਾ ਪਾਤਸ਼ਾਹ ਮੈਨੂੰ ਹੋਰ ਨਹੀਂ ਕੁਝ, ਮੈਨੂੰ ਤੇ ਤੂੰ ਚਾਹੀਦਾ। ਕੋਈ ਹੈ ਵਿਰਲਾ ਸਿੱਖ ਜਿਹੜਾ ਨਿਰੰਕਾਰ ਹਜ਼ੂਰ ਦੇ ਦਰ ਦੇ ਉੱਤੇ ਬੇਨਤੀ ਕਰਦਾ ਹੋਇਆ ਆਖੇ ਪਰਮੇਸ਼ਰ ਜੀ ਜੇ ਤਰੁੱਠੇ ਹੋ, ਜੇ ਮਿਹਰ ਕਰਨ ਲੱਗੇ ਹੋ ਮੇਰੇ ਤੇ ਇਹ ਕਿਰਪਾ ਕਰੋ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਜੀ ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਜੀ ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਮਹਾਰਾਜ ਸੱਚੇ ਪਾਤਸ਼ਾਹ ਤੋਂ ਮਹਾਰਾਜ ਨੂੰ ਹੀ ਮੰਗ ਲਿਆ ਜਾਵੇ, ਫੇਰ ਵਡਿਆਈਆਂ ਨੇ, ਫੇਰ ਅੰਦਰ ਦੇ ਵਿੱਚ ਸਥਿਰਤਾ ਹੈ। ਤੇ ਜਿੰਨੇ ਜਿਹੜੇ ਮੰਗ ਲੈਂਦੇ ਨੇ, ਜਿਨ੍ਹਾਂ ਦੇ ਅੰਦਰ ਨਾਮ ਹੀ ਨਾਮ ਚੱਲਦਾ ਰਹਿੰਦਾ, ਫਿਰ ਮਹਾਰਾਜ ਕਹਿਣ ਲੱਗੇ ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਿਆ। ਮਹਾਰਾਜ ਕਹਿਣ ਲੱਗੇ ਸੱਚੇ ਪਾਤਸ਼ਾਹ ਉਹ ਤੇ ਸਾਈਂ ਵਰਗੇ ਨੇ, ਨਿਰੰਕਾਰ ਅਕਾਲ ਪੁਰਖ ਵਰਗੇ ਹੀ ਨੇ, ਜਿਹੜੇ ਹਰ ਵੇਲੇ ਉਸ ਦਾ ਨਾਮ ਚਿਤਾਰਦਿਆਂ ਆਖਦੇ ਨੇ ਸਤਿਨਾਮ ਸ਼੍ਰੀ ਵਾਹਿਗੁਰੂ। ਸਤਿਗੁਰੂ ਜੀ ਇਹੋ ਕਿਰਪਾ ਸਾਡੇ ਤੇ ਕਰਦੇ ਹੋਏ ਕਹਿਣ ਲੱਗੇ ਆਪਣਾ ਮਨ ਚਿਤ ਕਹਿ ਕਹਾਏ, ਬਿਨ ਗੁਰ ਆਪ ਨਾ ਜਾਈ। ਯਾਦ ਰੱਖੀ ਤੇਰੇ ਅੰਦਰ ਦੇ ਵਿੱਚੋਂ ਹੰਕਾਰ ਗੁਰੂ ਦੀ ਕਿਰਪਾ ਤੋਂ ਬਿਨਾਂ ਜਾ ਨਹੀਂ ਸਕਦਾ। ਇਸ ਕਰਕੇ ਗੁਰੂ ਦੇ ਅੱਗੇ ਸਰੈਂਡਰ ਹੋ ਜਾ, ਗੁਰੂ ਦੇ ਅੱਗੇ ਸਮਰਪਿਤ ਹੋ ਜਾ, ਆਪਣਾ ਆਪ ਗੁਰੂ ਦੇ ਅੱਗੇ ਢਹਿ ਢੇਰੀ ਕਰ ਦੇ। ਮਹਾਰਾਜ ਜੀ ਕਹਿਣ ਲੱਗੇ ਹਰ ਜੀਓ ਦਾਤਾ ਭਗਤ ਵਛਲ ਹੈ, ਕਰ ਕਿਰਪਾ ਮਨ ਵਸਾਈ। ਔਰ ਯਾਦ ਰੱਖੀ ਗੁਰੂ ਭਗਤ ਵਛਲ ਹੈ, ਦੀਨਾ ਬੰਧੂ ਹੈ, ਪਤਿਤ ਪਾਵਨ ਹੈ, ਕਰੁਣਾ ਨਿਦਾਨ ਹੈ। ਇਹ ਮਹਾਰਾਜ ਸੱਚਾ ਪਾਤਸ਼ਾਹ ਇਹ ਨਾ ਤੈਨੂੰ ਲੇਹੜੀਆਂ ਕੱਢਦਾ, ਤੈਨੂੰ ਹਾੜੇ ਕੱਢਦਾ, ਤੈਨੂੰ ਮਿੰਨਤਾਂ ਕਰਦਾ ਨਹੀਂ ਵੇਖੇਗਾ। ਇਹ ਜਦੋਂ ਤੇਰੀ ਭਾਵਨਾ ਸੱਚੀ ਹੋ ਜਾਏਗੀ ਨਾ, ਮਹਾਰਾਜ ਇਹ ਵੀ ਕਹਿੰਦੇ ਨੇ ਨਾ ਬਿਨ ਬੋਲਿਆਂ ਸਭ ਕੁਛ ਜਾਣਦਾ, ਇਹ ਫਿਰ ਤੇਰੇ ਤੇ ਤਰੁੱਠ ਕਰਕੇ ਤੇਰੀ ਝੋਲੀ ਦੇ ਵਿੱਚ ਪਾ ਦੇਗਾ ਸਤਨਾਮ ਸ਼੍ਰੀ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫੇਰ ਆ ਕਿਰਪਾ ਤੇਰੇ ਤੇ ਜ਼ਰੂਰ ਹੋ ਜਾਣੀ ਹੈ, ਪਰ ਤੂੰ ਇੱਕ ਵਾਰੀ ਇਸ ਪਰਮੇਸ਼ਰ ਨੂੰ ਆਖ ਮੈਨੂੰ ਤੇਰੀ ਲੋੜ ਹੈ। ਮਹਾਰਾਜ ਕਹਿੰਦੇ ਨਾਨਕ ਸੋਭਾ ਸੁਰਤ ਦੇ ਪ੍ਰਭ, ਆਪੇ ਗੁਰਮੁਖ ਦੇ ਵਡਿਆਈ। ਫਿਰ ਨਿਰੰਕਾਰ ਤਰੁੱਠ ਜਾਂਦਾ, ਫਿਰ ਝੋਲੀ ਵਿੱਚ ਨਾਮ ਦੀਆਂ ਦਾਤਾਂ ਪਾ ਦਿੰਦਾ ਮਹਾਰਾਜ ਸੱਚੇ ਪਾਤਸ਼ਾਹ। ਇਹ ਤਰੁੱਟ ਇਹ ਇਸ ਦੇ ਘਰ ਦੀ ਮਹਿਮਾ, ਇਸ ਦੇ ਘਰ ਦੀ ਕਿਰਪਾ। ਇਹ ਦੇਖਦਾ ਪਿਛਲੇ ਔਗਣ ਛੱਡ ਦਿੰਦਾ ਮਹਾਰਾਜ। ਜਿਵੇਂ ਮਹਾਰਾਜ ਕਹਿੰਦੇ ਨੇ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੈ। ਇਸ ਦੀ ਵਡਿਆਈ ਹੈ। ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੈ। ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬਹੁੜ ਪਿਤਾ ਗਲ ਲਾਵੈ। ਕਹਿਣ ਲੱਗੇ ਝਿੜਕੇਗਾ ਵੀ, ਪਿਓ ਹੈ ਨਾ, ਇਹ ਤੇਰੀ ਮਾਂ ਹੈ ਨਾ, ਇਹ ਤੇਰਾ ਵੱਡਾ ਭਰਾ ਹੈ ਨਾ, ਇਹਦਾ ਹੱਕ ਹੈ, ਇਹਦੇ ਕੋਲੇ ਰਾਈਟਸ ਨੇ, ਇਹ ਤੈਨੂੰ ਝਿੜਕੇਗਾ ਵੀ। ਔਰ ਯਾਦ ਰੱਖੀ ਜਿਵੇਂ ਪੰਜਾਬੀ ਦੀ ਕਹਾਵਤ ਹੈ, ਕਹਿੰਦੇ ਮਾਂ ਪਿਓ ਦੀਆਂ ਜੇ ਗਾਲਾਂ ਵੀ ਹੋਣ ਤੇ ਘਿਓ ਦੀਆਂ ਲਾਲਾਂ ਵਰਗੀਆਂ ਹੁੰਦੀਆਂ ਨੇ। ਮਾਂ ਉਹ ਇਹ ਨਾ ਜਾਣੀ ਗੁਰੂ ਜੇ ਤੈਨੂੰ ਝਿੜਕ ਦਿੰਦਾ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਨੂੰ ਤੇ ਅਸਲ ਵਿੱਚ ਜੇ ਗੁਰ ਝਿੜਕੇ ਤਾਂ ਮੀਠਾ ਲੱਗਾ, ਜੇ ਬਖਸ਼ੇ ਤਾਂ ਗੁਰ ਵਡਿਆਈ।
ਮੈਨੂੰ ਤਾਂ ਦੋਵੇਂ ਚੀਜ਼ਾਂ 'ਚ ਹੀ ਸੁੱਖ ਹੈ। ਮਹਾਰਾਜ ਜੇ ਤੂੰ ਝਿੜਕੇਂਗਾ ਵੀ ਨਾ ਤੇ ਇੰਨੀ ਤਾਂ ਮੇਰੇ ਤੇ ਕਿਰਪਾ ਹੋਣੀ ਆ, ਤੂੰ ਮੇਰੇ ਨਾਲ ਗੱਲ ਤਾਂ ਕਰੇਂਗਾ ਨਾ, ਗੱਲ ਤਾਂ ਮੇਰੇ ਨਾਲ ਕਰੇਂਗਾ ਨਾ, ਮੇਰੇ ਨੇਤਰਾਂ 'ਚ ਨੇਤਰ ਪਾ ਕੇ ਹੀ ਝਿੜਕੇਂਗਾ ਨਾ ਮੈਨੂੰ। ਤੇ ਮਹਾਰਾਜ ਸੱਚਾ ਪਾਤਸ਼ਾਹ ਤੇਰੀ ਤੇ ਝਿੜਕ ਵੀ ਮੇਰੇ ਵਾਸਤੇ ਇਸ ਕਰਕੇ ਮਿੱਠੀ ਹੈ। ਜੇ ਗੁਰੂ ਨੂੰ ਬਾਪੂ ਮੰਨਾਂਗੇ ਤੇ ਸੰਸਾਰ ਦੇ ਦੁੱਖ ਝਿੜਕਾਂ ਵਰਗੇ ਲੱਗਣਗੇ। ਔਰ ਮਹਾਰਾਜ ਸੱਚੇ ਪਾਤਸ਼ਾਹ ਜੇ ਅਸੀਂ ਝਿੜਕਾਂ ਤੋਂ ਅੱਕ ਗਏ ਹਾਂ, ਦੁੱਖਾਂ ਤੋਂ ਅੱਕ ਗਏ ਹਾਂ, ਤੇ ਬਾਲਾ ਪ੍ਰੀਤਮ ਹਜ਼ੂਰ ਜੀ ਦੇ ਚਰਨਾਂ 'ਚ ਆ ਕੇ ਬੇਨਤੀ ਕਰ, ਮਹਾਰਾਜ ਝਿੜਕਾਂ ਨਹੀਂ, ਹੁਣ ਮੈਨੂੰ ਆਪਣੇ ਗਲ ਨਾਲ ਲਾ ਲੈ। ਜੇ ਗੁਰ ਝਿੜਕੇ ਤਾਂ ਮੀਠਾ ਲਾਗਾ, ਬਖਸ਼ੇ ਤਾਂ ਗੁਰ ਵਡਿਆਈ। ਜੈਸਾ ਬਾਲਕ ਭਾਏ ਸਿਪਾਹੀ, ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬਹੁੜ ਪਿਤਾ ਗਲ ਲਾਵੈ। ਫਿਰ ਅੱਗੇ ਕੀ ਹੋਏਗਾ? ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੈ ਮਾਰਗ ਪਾਵੈ। ਫਿਰ ਉਸ ਗੱਲ ਨੂੰ ਜ਼ਰੂਰ ਯਾਦ ਰੱਖ ਲਈ, ਆਗੈ ਸਮਝ ਚਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਮਹਾਰਾਜ ਕਹਿਣ ਲੱਗੇ ਜਦੋਂ ਇਸ ਗੱਲ ਨੂੰ ਯਾਦ ਰੱਖੇਗਾ ਤੇਰਾ ਜੀਵਨ ਸੁਹੇਲਾ ਬਣ ਜਾਏਗਾ, ਤੇਰਾ ਜੀਵਨ ਚੜ੍ਹਦੀ ਕਲਾ ਵਾਲਾ ਬਣ ਜਾਏਗਾ। ਹਜ਼ੂਰ ਨਿਰੰਕਾਰ ਸੱਚੇ ਪਾਤਸ਼ਾਹ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਅਸਤਮ ਬਲਬੀਰਾ ਜੀ ਕੇ ਮਹਾਨਦਾਰ ਪਾਵਨ ਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਹਜ਼ੂਰ ਹਾਜ਼ਰ ਪ੍ਰਤੱਖ ਨਾਜ਼ਰ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੀ ਸਰਕਾਰ ਜੀ ਕੇ ਮੁਬਾਰਕ ਚਰਨਾਂ ਦੀ ਸਤਿਗੁਰੂ ਜੀ ਦੀ ਬਾਣੀ ਦੀ ਵਿਚਾਰ ਜਰੀਏ ਹਾਜ਼ਰੀ ਭਰੀ। ਕੋਟਾਨ ਕੋਟਬਾਰ ਸ਼ੁਕਰ ਮੇਰੇ ਮਾਲਕ ਪ੍ਰੀਤਮ ਪਿਆਰੇ ਅੱਬੂ ਜਾਨ ਜੀ ਦਾ, ਜਿਨ੍ਹਾਂ ਨੇ ਸਮਾਂ ਦੇ ਕਰਕੇ ਨਿਵਾਜਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ, ਗੁਰੂ ਕੇ ਪਿਆਰਿਆਂ ਦਾ ਧੰਨਵਾਦ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਆਪਣੇ ਨਵੇਕਲੇ ਉਪਰਾਲੇ ਕਰਦੇ ਨੇ। ਰਾਤ ਵੀ ਬੜਾ ਪਿਆਰਾ ਸਮਾਗਮ ਸੀ। ਇਹਨਾਂ ਸਥਾਨਾਂ ਦੇ ਉੱਪਰ ਨਵੇਕਲੇ ਸਮਾਗਮ ਹੁੰਦੇ ਨੇ, ਨਵੇਕਲੇ ਤਰੀਕੇ ਦਾ ਪ੍ਰਚਾਰ ਹੁੰਦਾ ਹੈ। ਸਾਰੇ ਗੁਰੂ ਕੇ ਪਿਆਰਿਆਂ ਦਾ, ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸੱਤ ਮਹਾਂਪੁਰਖਾਂ ਦਾ ਧੰਨਵਾਦ। ਭੁੱਲ ਚੁੱਕ ਦੀ ਖਿਮਾ ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪ੍ਰਿਆ, ਸ਼ਬਦ ਗਾਵਣ ਆਇਆ। ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ, ਮੇਰੇ ਦੁੱਖ ਸਭ ਵਿਸਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨਹੁ ਵਿਸਾਰੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ।